ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ। ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਅੱਜ ਫਿਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਸਵਾਗਤ ਹੈ ਪ੍ਰੋਫੈਸਰ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ, ਆਪਾਂ ਅੱਜ ਦੀ ਅਗਰ ਹੈਡਲਾਈਨ ਦੇਖੀਏ, ਉਹਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ ਇੱਕ ਬਿਆਨ ਆਇਆ, ਜਿਹੜਾ ਕਿ ਬਿਆਨ ਇਹ ਆ ਕਿ ਦੇਸ਼ ਵਿੱਚ ਫਿਰਕਾ ਪ੍ਰਸਤੀ, ਜਾਤ ਪਾਤ, ਇਹਦੇ ਬਾਬਤ ਕੋਈ ਜਗ੍ਹਾ ਨਹੀਂ ਹੈਗੀ। ਪ੍ਰੋਫੈਸਰ ਸਾਹਿਬ, ਇਹਦੇ ਪਿੱਛੇ ਉਹਨਾਂ ਦੀ, ਕਿਉਂਕਿ ਜ਼ਿਆਦਾ ਅਗਰ ਦੇਖਿਆ ਜਾਵੇ ਕਿ ਦੇਸ਼ ਵਿੱਚ ਨਿਤ ਨਵੇਂ ਇਸ ਮਹੀਨੇ ਦੇ ਵਿੱਚ ਹੀ ਕਿੰਨੇ ਕਾਰੇ ਹੋਏ ਨੇ, ਕਿੰਨੀਆਂ ਘਟਨਾਵਾਂ ਵਾਪਰੀਆਂ ਨੇ। ਟ੍ਰੇਨ ਦੇ ਵਿੱਚ ਦੇਖਿਆ ਅਸੀਂ ਇੱਕ ਫੌਜੀ ਵੱਲੋਂ, ਨੌਜਵਾਨ ਵੱਲੋਂ ਜਿਹੜੀ ਘਟਨਾ ਵਾਪਰੀ ਆ, ਨੂਹ ਦੇ ਵਿੱਚ ਘਟਨਾ ਵਾਪਰੀ ਆ। ਹੋਰ ਇੱਕ ਹੋਰ ਘਟਨਾ ਸੀ ਕਿ ਇੱਕ ਜਿਹੜਾ ਆਦੀਵਾਸੀ ਵਿਅਕਤੀ ਸੀ, ਉਹਦੇ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਆਪਾਂ ਦੇਖੀਏ ਕਿ ਹੋਰ ਵੀ ਇਹੋ ਜਿਹੀਆਂ ਘਟਨਾਵਾਂ ਹੈਗੀਆਂ ਨੇ ਜਿਹੜੀਆਂ ਕਿ ਦਿਨ ਬ ਦਿਨ ਘਟਦੀਆਂ ਨੇ, ਪਰ ਰਿਪੋਰਟ ਨਹੀਂ ਹੁੰਦੀਆਂ। ਪ੍ਰੋਫੈਸਰ ਸਾਹਿਬ, ਇਹਦੇ ਪਿੱਛੇ ਜਿਹੜੇ ਮੋਦੀ ਦਾ ਜਿਹੜਾ ਬਿਆਨ ਨੇ, ਕੀ ਇਹ ਤਾਂ ਨਹੀਂ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 9-10 ਸਤੰਬਰ ਨੂੰ G20 ਦਾ ਜਿਹੜੀ ਮੀਟਿੰਗ ਹੋ ਰਹੀ ਆ, ਉਹਦੇ ਬਾਬਤ ਤਾਂ ਨਹੀਂ ਕਿ ਜਿਹੜੇ ਆਪਣੇ ਵਿਸ਼ਵ ਪੱਧਰੀ ਜਿਹੜੇ ਲੀਡਰਸ ਨੇ, ਜੋਏ ਬਾਈਡਨ ਆ ਰਿਹਾ ਤੇ ਉਸ ਤੋਂ ਇਲਾਵਾ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵੀ ਆ ਰਹੇ ਨੇ, ਕਿ ਉਹਨਾਂ ਦੇ ਸਾਹਮਣੇ ਤਾਂ ਨਹੀਂ ਕਿ ਕਿਤੇ ਸਾਡੇ ਦੇਸ਼ ਦੀ ਛਵੀ ਖਰਾਬ ਨਾ ਹੋ ਜਾਵੇ? ਬਿਲਕੁਲ ਇਹ ਬਿਲਕੁਲ ਠੀਕ ਤੁਸੀਂ ਕਹਿ ਰਹੇ ਹਾਂ। ਅਸਲ 'ਚ ਉਹ ਇੰਨੇ ਜੋਸ਼ੋ ਖਰੋਸ਼ ਨਾਲ ਉਹਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਇੱਕ ਇੰਟਰਨੈਸ਼ਨਲ ਈਵੈਂਟ ਤੇ ਹੈ ਹੀ ਵੈਸੇ ਵੀ, ਪਰ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਥੋੜ੍ਹਾ ਜਿਹਾ ਉਹਦੇ 'ਚ ਫਿੱਕਾਪਣ ਇਸ ਕਰਕੇ ਆ ਗਿਆ ਕਿ ਸ਼ੀ ਜਿਨਪਿੰਗ ਜਿਹੜੇ ਚੀਨ ਦੇ ਪ੍ਰੀਮੀਅਰ ਹੈਗੇ ਆ, ਉਹ ਇੱਥੇ ਨਹੀਂ ਦਿਖ ਰਹੇ। ਸ਼ਾਇਦ ਅਜੇ ਤੱਕ ਉਹਨਾਂ ਦਾ ਕੋਈ ਕਨਫਰਮੇਸ਼ਨ ਨਹੀਂ ਆਇਆ, ਪਰ ਪੁਤਿਨ ਦਾ ਤਾਂ ਕਨਫਰਮੇਸ਼ਨ ਆ ਗਿਆ ਕਿ ਉਹ ਇੱਥੇ ਸ਼ਾਮਲ ਨਹੀਂ ਹੋਣਗੇ। ਇਸ ਲਈ ਇਹਦਾ ਇੱਕ ਨੁਕਸਾਨ ਵੀ ਹੈ, ਫਾਇਦਾ ਵੀ ਹੈ। ਨੁਕਸਾਨ ਇਹਦਾ ਇਹ ਹੈ ਕਿ ਦੋ ਵੱਡੇ ਚਿਹਰੇ ਜਿਹੜੇ ਗਲੋਬਲ ਇੱਕ ਧਿਰ ਆ, ਉਹਨਾਂ ਵੱਲੋਂ ਇੱਥੇ ਨਾ ਪ੍ਰੈਜ਼ੈਂਟ ਹੋਣਾ ਉਸ ਨੂੰ ਥੋੜ੍ਹਾ ਫਿੱਕਾ ਕਰਦਾ। ਫਾਇਦਾ ਇਹ ਹੈ ਕਿ ਜਦੋਂ ਤੁਸੀਂ ਵੱਡੇ ਚਿਹਰੇ ਓਵਰਸ਼ੈਡੋ ਜਿਹੜੇ ਕਰਦੇ ਆ, ਉਹ ਜਦੋਂ ਇੱਕ ਪਾਸੇ ਹੁੰਦੇ ਆ, ਤਾਂ ਤੁਹਾਨੂੰ ਇੰਡੀਆ ਨੂੰ ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਥੋੜ੍ਹਾ ਜਿਹਾ ਜ਼ਿਆਦਾ ਹੀਰੋ ਬਣਨ ਦਾ ਜਾਂ ਉੱਥੇ ਇੱਕ ਸੈਂਟਰਲ ਸਟੇਜ ਦੇ ਉੱਤੇ ਰਹਿਣ ਦਾ ਇੱਕ ਮੌਕਾ ਵੀ ਲੱਗਦਾ ਆ, ਔਰ ਆਪਣੀ ਰਾਜਨੀਤੀ ਨੂੰ ਹੋਰ ਚਮਕਾਉਣ ਦਾ ਉੱਥੇ ਕਿ ਅਸੀਂ ਦੇਸ਼ ਦੇ ਵਿੱਚ, ਕਿਉਂਕਿ ਜਦੋਂ ਬਾਕੀ ਦੇ ਕੰਪੀਟੀਟਰ ਨਹੀਂ ਹੋਣਗੇ ਤਾਂ ਇਹ ਫਿਰ ਇਹਨਾਂ ਕੋਲ ਇੱਕ ਜਗ੍ਹਾ ਮੋਕਲੀ ਹੋਊਗੀ ਜਿਹੜੀ ਇਹ ਆਕੂਪਾਈ ਰਾਜਨੀਤਿਕ ਤੌਰ 'ਤੇ ਕਰ ਸਕਦੇ ਆ। ਪਰ ਇਹ ਗੱਲ ਵੀ ਠੀਕ ਹੈ ਕਿ ਸਾਡੇ ਦੇਸ਼ ਦੀ ਜੋ ਛਵੀ ਬਣ ਚੁੱਕੀ ਆ ਪਿਛਲੇ ਕੁਝ ਸਾਲਾਂ ਤੋਂ, ਖਾਸ ਕਰਕੇ ਜਿਵੇਂ ਤੁਸੀਂ ਮੰਦਭਾਗੀਆਂ ਘਟਨਾਵਾਂ ਗਿਣਾਈਆਂ ਆ ਕਿ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਧਰਮ ਔਰ ਜਾਤ, ਇਸ ਦਾ ਦੁਰਵਰਤੋਂ ਇਲੈਕਸ਼ਨਾਂ ਦੇ ਦਿਨਾਂ 'ਚ ਖਾਸ ਕਰਕੇ ਜਾਤਾਂ ਦਾ ਤਾਂ ਹਮੇਸ਼ਾ ਹੀ ਇੱਥੇ ਗਿਣਤੀ ਹੁੰਦੀ ਰਹੀ ਆ। ਹੁਣ ਤਾਂ ਸਰਵੇ ਵੀ ਬਿਹਾਰ ਦੇ ਵਿੱਚ ਹੋ ਰਿਹਾ। ਪਹਿਲਾਂ ਚਿਦੰਬਰਮ ਵਾਲਿਆਂ ਵੇਲੇ ਵੀ, ਉਦੋਂ ਪੀ ਚਿਦੰਬਰਮ ਜਦੋਂ ਸੀ, ਉਹਨਾਂ ਨੇ ਵੀ ਇੱਕ ਵਾਰੀ ਇਸ ਦਾ ਦੁਬਾਰਾ ਸਰਵੇ, ਜਾਤੀਗਤ ਸੋਸ਼ੋ ਇਕਨੋਮਿਕ ਸਰਵੇ 2011 ਦੇ ਵਿੱਚ ਕਰਵਾਇਆ ਸੀ। ਇਹ ਸਰਵੇ ਤੇ ਇੱਥੇ ਚਲੋ ਇਹ ਤਾਂ ਕਦੀ ਜਾਣੀ ਖਤਮ ਨਹੀਂ ਜਾਤ ਹੋਈ, ਪਰ ਧਰਮ ਨੂੰ ਇੰਨਾ ਜ਼ਿਆਦਾ, ਕਿਉਂਕਿ ਜਿਹੜੀ ਬੜੀ ਇੱਕ ਸੈਂਸਿਟਿਵ ਗੱਲ ਹੈ ਲੋਕਾਂ ਲਈ, ਇੱਕਦਮ ਰੱਬ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਲੋਕ ਅੱਗ ਭਬੂਕਾ ਹੋ ਜਾਂਦੇ ਆ। ਉਸ ਦੀ ਕਬਰ ਤੋਂ ਰਾਜਨੀਤੀ ਵਿੱਚ ਸੱਤਾ ਹਥਿਆਉਣ ਲਈ ਕਰਨੀ, ਉਹ ਇੱਕ ਦੇਸ਼ ਦੇ ਅੰਦਰ ਮਾਹੌਲ ਜ਼ਰੂਰ ਬਣਿਆ ਰਹਿੰਦਾ ਆ ਅੱਗੇ ਨਾਲੋਂ ਜ਼ਿਆਦਾ ਹੋਣ ਕਰਕੇ। ਬਹੁਤ ਸਾਰੀਆਂ ਜਗ੍ਹਾ ਸਾਨੂੰ ਇਸ ਗੱਲ ਦੀ ਜਵਾਬਦੇਹੀ ਜਦੋਂ ਵਿਦੇਸ਼ਾਂ 'ਚ ਜਾਂਦੇ ਆ ਬੜੀ ਔਖੀ ਹੋ ਜਾਂਦੀ ਹੈ ਦੇਣੀ। ਅਤੇ ਪ੍ਰਧਾਨ ਮੰਤਰੀ ਦਾ ਜਿਹੜਾ ਇਹ ਬਿਆਨ ਆ ਕਿ ਸਾਡੇ 'ਤੇ ਜੀ ਨਾ ਤਾਂ ਕੋਈ ਜਾਤੀਗਤ ਬਹੁਤਾ ਹੈਗਾ, ਨਾ ਸਾਡੇ ਕੋਈ ਧਰਮਾਂ ਦਾ ਆਪਸ ਵਿੱਚ ਕੋਈ ਇਹੋ ਜਿਹਾ ਵਖਰੇਵਾਂ ਹੈਗਾ। ਜੇ ਇਹੋ ਜਿਹਾ ਨਹੀਂ ਹੈ ਤਾਂ ਫਿਰ ਜਿਹੜੀਆਂ ਵੱਡੀਆਂ ਮੰਦਭਾਗੀ ਘਟਨਾਵਾਂ ਹੋ ਰਹੀਆਂ, ਐਥਨਿਕ ਕਲੀਨਜ਼ਿੰਗ ਕਹਿ ਲਓ ਉਸ ਨੂੰ ਤੁਸੀਂ, ਜਿਸ ਤਰੀਕੇ ਨਾਲ ਮਣੀਪੁਰ ਵਾਲਾ, ਉਹਨੂੰ ਛੋਟਾ ਕੇਸ ਨਾ ਸਮਝੋ ਤੁਸੀਂ। ਕਿਉਂ? ਇੰਫਾਲ ਦੇ ਵਿੱਚ 300 ਘਰ ਸੀਗੇ, ਸਾਰੇ ਜਿਹੜੇ ਕੁੱਕੀ ਲੋਕਾਂ ਦੇ ਸੀਗੇ। ਪਹਿਲਾਂ ਉਹ ਕਰਦੇ ਕਰਾਉਂਦੇ ਹਟ ਗਏ, ਜਾਂਦੇ ਸਿਰਫ 10 ਘਰ ਰਹਿ ਗਏ ਸੀ ਆਖਰੀ, ਉਹ ਵੀ ਚਲੇ ਗਏ। ਉਹਨਾਂ ਦੀ ਇੰਟਰਵਿਊ ਆਈ ਹੈ 10 ਘਰਾਂ ਦੀ ਵੀ ਅਸੀਂ ਕੀ ਕਰੀਏ। ਸਾਨੂੰ ਸਾਡੇ ਹੀ ਕੁੱਕੀ ਭਰਾ ਭੈਣ ਕਹਿੰਦੇ ਆ ਵੀ ਦੇਖੋ, ਜੇ ਕੁਛ ਕੱਲ੍ਹ ਨੂੰ ਹੋ ਗਿਆ ਤਾਂ ਸਾਨੂੰ ਨਾ ਕਿਉਂ, ਤੁਹਾਨੂੰ ਉੱਥੋਂ ਆ ਜਾਣਾ ਚਾਹੀਦਾ। ਤੁਹਾਡਾ ਮੈਤੇਈ ਮੈਜੋਰਿਟੀ ਇੰਫਾਲ ਵੈਲੀ 'ਚ ਰਹਿਣਾ ਖਤਰੇ ਤੋਂ ਖਾਲੀ ਨਹੀਂ। ਕਿਸੇ ਵੇਲੇ ਵੀ ਤੁਹਾਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ, ਇਸ ਲਈ ਤੁਹਾਨੂੰ ਆ ਜਾਣਾ ਚਾਹੀਦਾ। ਮੈਤੇਈ ਕਹਿੰਦੇ ਆ ਦੇਖੋ ਜੀ, ਅਸੀਂ ਤੁਹਾਡੇ ਨਾਲ ਹੈਗੇ ਤੇ ਠੀਕ, ਪਰ ਤੁਹਾਡੇ 'ਤੇ ਕੁਛ ਇਹੋ ਜਿਹਾ ਕੱਲ੍ਹ ਨੂੰ ਹੋ ਗਿਆ ਤੇ ਸਾਡੇ ਹੱਥ ਬੱਧੇ, ਅਸੀਂ ਤੁਹਾਨੂੰ ਬਹੁਤਾ ਬਚਾਉਣ ਦੇ ਵਿੱਚ ਸ਼ਾਇਦ ਮਦਦ ਨਾ ਕਰ ਪਾਈਏ। ਪੁਲਿਸ ਆਉਂਦੀ ਹੈ ਜਿਨ੍ਹਾਂ ਦੇ ਕਿ ਉੱਥੇ, ਜਾਂ ਪੈਰਾਮਿਲਟਰੀ ਫੋਰਸਿਸ ਆਉਂਦੀਆਂ, ਉਹ ਕਹਿੰਦੇ ਜੀ ਅਸੀਂ ਤੁਹਾਨੂੰ ਬਥੇਰੀ ਰਾਖੀ ਕਰ ਲਈ ਹੈ। ਹੁਣ ਸਾਡੇ ਦਿਲ ਦੇ ਵਿੱਚ ਧੁੜਕ ਨੂੰ ਰਹਿੰਦਾ, ਕੱਲ੍ਹ ਨੂੰ ਕੋਈ ਤੁਹਾਨੂੰ ਮਾਰਤਾ ਸਾਡੀ ਜਵਾਬਦੇਹੀ ਹੋਊ, ਤੁਸੀਂ ਕਿਰਪਾ ਕਰਕੇ ਆਪਣੇ ਬਾਕੀ ਜਿਹੜੇ ਕੁੱਕੀ ਜੋ ਬਰਾਦਰੀ ਹੈ ਉਹਨਾਂ 'ਚ ਤੁਸੀਂ ਚਲੇ ਜਾਓ। ਉਹ ਵੀ ਚਲੇ ਗਏ। ਇਹਦਾ ਮਤਲਬ ਕੀ ਹੋ ਗਿਆ
ਇਹਦਾ ਮਤਲਬ ਤੇ ਇਹੀ ਹੈ ਨਾ ਕਿ ਤੁਸੀਂ ਧਰਮ ਤੇ ਜਾਤਾਂ ਤੇ ਐਥਨੀਸਿਟੀ ਦੇ ਜਿਹੜਾ ਉਹ ਸਾਰਾ ਉਹਦੇ ਆਧਾਰ ਦੇ ਉੱਤੇ ਤਿੱਖੇ ਤੌਰ ਤੇ ਇੰਨਾ ਸਮਾਜ ਵੰਡਿਆ ਗਿਆ ਕਿ ਸਾਡੀ ਰਾਜਨੀਤੀ ਹੁਣ ਉਹਦੀ ਸਟੇਕ ਸਿਰਫ ਇਹਨਾਂ ਚੀਜ਼ਾਂ ਤੇ ਹੋ ਗਈ। ਉਹ ਤੇ ਪੋਚਾ ਪਾਉਣ ਲਈ ਪ੍ਰਧਾਨ ਮੰਤਰੀ ਹੁਣਾਂ ਨੇ, ਕਿਉਂਕਿ ਜਿਹੜੀ ਤੁਹਾਨੂੰ ਯਾਦ ਹੈ, ਮੈਂ ਫਿਰ ਇੱਕ ਵਾਰੀ ਯਾਦ ਕਰਾ ਦਿਆਂ ਕਿ ਮਨੀਪੁਰ ਦਾ ਇਸ਼ੂ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਡਿਸਕਸ ਹੋਇਆ, ਮਨੀਪੁਰ ਦਾ ਇਸ਼ੂ ਅਮਰੀਕਾ ਦੇ ਵਿੱਚ ਉੱਥੇ ਉਹਦੀਆਂ ਰੈਜ਼ੋਨੈਂਸ ਆਈਆਂ। ਅਤੇ ਇਸ ਲਈ ਜਦੋਂ ਉਹ ਇਸ਼ੂ ਪਹਿਲਾਂ ਹੀ ਗਲੋਬਲੀ ਬਣਿਆ, ਕਾਰਨ ਉਹਦਾ ਬਣਿਆ ਕਿਉਂ, ਇਹ ਵੀ ਮੈਂ ਦੱਸ ਦਿਆਂ। ਇਕੱਲਾ ਉਹਨਾਂ ਨੂੰ ਸਾਡੇ ਆਦੀਵਾਸੀਆਂ, ਦਲਿਤਾਂ ਜਾਂ ਹੋਰਨਾਂ ਦੇ ਨਾਲ ਦਰਦ ਨਹੀਂ ਹੈ, ਉਹ ਕ੍ਰਿਸਚੀਅਨ ਮੈਜੋਰਿਟੀ ਹੈਗੇ ਆ। ਜਿਹੜੇ ਆਦੀਵਾਸੀ ਆ ਸਾਰੇ ਨਾਰਥ ਈਸਟ ਦੇ, ਖਾਸ ਕਰਕੇ ਪ੍ਰੈਸਬਿਟੀਰੀਅਨ ਚਰਚ ਜਿਹੜਾ ਉਹ ਉਹਦੇ ਫਾਲੋਵਰ ਆ। ਨਾਗਾਲੈਂਡ, ਮਿਜ਼ੋਰਮ, ਮਣੀਪੁਰ ਦੇ ਵਿੱਚ ਜਿਹੜਾ ਹਿੱਲੀ ਏਰੀਆ ਆ, ਇਸੇ ਤਰੀਕੇ ਨਾਲ ਮੇਘਾਲਿਆ, ਇਹ ਸਾਰੀ ਜਗ੍ਹਾ ਕ੍ਰਿਸਚੀਅਨ ਵੱਡੇ ਪੱਧਰ ਦੇ ਉੱਤੇ ਮਿਸ਼ਨਰੀ ਬਹੁਤ ਦੇਰ ਪਹਿਲਾਂ ਜਾ ਕੇ ਉਹਨਾਂ ਨੇ ਉਹਨਾਂ ਆਦੀਵਾਸੀਆਂ ਨੂੰ ਕ੍ਰਿਸਚੀਅਨ ਧਰਮ ਦੇ ਵਿੱਚ ਕਨਵਰਟ ਕੀਤਾ। ਅਤੇ ਉਹਨਾਂ ਨੂੰ ਇਸ ਗੱਲ ਦਾ ਬੜਾ ਦਰਦ ਹੁੰਦਾ, ਦੁੱਖ ਲੱਗਦਾ ਆ ਜਿਹੜੇ ਯੂਰਪੀਅਨ ਉਹਨਾਂ ਦੇ ਬ੍ਰੈਦਰਨ ਹੈਗੇ, ਕ੍ਰਿਸਚੀਅਨ ਬ੍ਰੈਦਰਨ, ਭਾਈ ਸਾਡੇ ਭਾਈਚਾਰੇ ਦੇ ਉੱਤੇ ਇਸ ਤਰ੍ਹਾਂ ਹੁੰਦਾ। ਇਹੀ ਗੱਲ ਜਿਹੜੇ ਕੋਈ ਗਲਫ ਦਾ ਜਾਂ ਹੋਰ ਦਾ ਜਿਹੜਾ ਵੀ ਅਰਬ ਵਰਲਡ ਦਾ ਸਾਰੇ ਲੋਕ ਹੈਗੇ ਆ, ਉਹ ਆ ਕੇ ਜਦੋਂ ਉਹਨਾਂ ਨੂੰ ਇਹ ਖਬਰ ਆਉਂਦੀ ਹੈ ਕਿ ਇੱਥੇ ਮੁਸਲਿਮ ਭਾਈਚਾਰੇ ਨਾਲ ਦੁਰਵਿਹਾਰ ਹੁੰਦਾ, ਨੂਹ ਵਾਲਾ ਕੇਸ ਜਿਸ ਤਰ੍ਹਾਂ ਤੁਸੀਂ ਦੱਸਿਆ, ਤਾਂ ਉਹ ਵੀ ਇਸ ਗੱਲ ਦੇ ਉੱਤੇ ਬਹੁਤ ਬੁਰਾ ਮਨਾਉਂਦੇ। ਪਿੱਛੇ ਜੇ ਇਸ ਗੱਲ ਦਾ ਵੀ ਇੱਕ ਨਵਾਂ ਸੰਕਟ, ਸਾਡਾ ਤੇਲ ਸਾਡਾ ਉੱਥੋਂ ਆਉਂਦਾ ਆ। ਹੁਣੇ ਹਾਲਤ ਦੇਸ਼ ਦੇ ਵਿੱਚ ਤੁਸੀਂ, ਮੈਂ ਤੈਨੂੰ ਇੱਕ ਬੰਦਾ ਹੀ ਤੁਹਾਡੇ ਵਰਗਾ ਕੋਈ ਜਰਨਲਿਸਟ ਭਾਈ ਆਇਆ, ਕਹਿੰਦੇ ਕੋਈ ਮਿੱਤਲ ਆ ਜਿਹੜਾ ਜਗਰਾਤਿਆਂ ਦੇ ਵਿੱਚ ਬਹੁਤ ਪੈਸੇ ਲੈ ਕੇ 5, 10, 20 ਲੱਖ ਜਿੰਨਾ ਵੀ ਕਿਸੇ ਕੋਲ ਕੋਈ ਦੇ ਸਕੇ ਪੈਸੇ ਲੈ ਕੇ ਜਗਰਾਤੇ ਕਰਦਾ, ਔਰ ਮਾਤਾ ਦੀਆਂ ਭੇਟਾਂ ਕਹਿ ਲਓ ਜਾਂ ਜਿਹੜੇ ਭਜਨ ਹੁੰਦੇ ਆ ਉਹ ਗਾਉਂਦੇ। ਔਰ ਇੱਕ ਕੋਈ ਸਲੀਮ ਨਾਂ ਦੇ, ਮੈਂ ਨਹੀਂ ਜਾਣਦਾ, ਮੈਂ ਤਾਂ ਸੋਸ਼ਲ ਮੀਡੀਆ 'ਚ ਇਹੋ ਜਿਹੇ ਜਿਹੜੇ ਆ ਨਾ ਚੁੰਝ ਫਸਾਈ ਉਹ ਬਹੁਤੀ ਦੇਖਦਾ ਨਹੀਂ, ਨਾ ਮੈਨੂੰ ਟਾਈਮ ਹੀ ਹੁੰਦਾ, ਪਰ ਮੈਨੂੰ ਉਹ ਬੰਦਾ ਦੱਸ ਕੇ ਗਿਆ ਕਿ ਉਹ ਸਲੀਮ ਵੀ ਉਹਨਾਂ ਨਾਲੋਂ ਵੀ ਜ਼ਿਆਦਾ ਪਾਪੂਲਰ ਹੈਗਾ। ਅਤੇ ਉਹਨੇ ਜਗਰਾਤੇ ਦੇ ਵਿੱਚ ਕਿਹਾ ਕਿ ਜਿਹੜੇ ਮੁਸਲਿਮ ਭਾਈਚਾਰੇ ਨੂੰ ਤੁਸੀਂ ਇਨਵਾਈਟ ਨਹੀਂ ਕਰਨਾ, ਹੱਦ ਹੋ ਗਈ ਆ ਯਾਰ। ਕੱਲ੍ਹ ਨੂੰ ਤਾਂ ਤੁਸੀਂ ਡਾਕਟਰਾਂ ਨੂੰ ਵੀ ਵੰਡ ਦਿਓਗੇ, ਫੌਜ ਨੂੰ ਵੀ ਵੰਡ ਦਿਓਗੇ, ਪੁਲਿਸ ਨੂੰ ਵੀ ਵੰਡ ਦਿਓਗੇ, ਟੀਚਰਾਂ ਨੂੰ ਵੀ ਵੰਡ ਕੇ ਰੱਖ ਦਿਓਗੇ। ਜੇ ਅੱਜ ਤੁਸੀਂ ਕਲਾਕਾਰਾਂ ਨੂੰ ਵੰਡ ਰਹੇ ਆ, ਗਵਈ ਕੋਈ ਸਿੰਗਰ ਆ, ਕੋਈ ਭਜਨ ਆ, ਖੁਸ਼ ਹੋਣ ਦੀ ਜਗ੍ਹਾ ਤੁਸੀਂ ਉਹਨੂੰ ਉਲਟਾ ਕਹਿੰਦੇ ਆ ਕਿ ਉਹਦਾ ਬਾਈਕਾਟ ਕਰੋ। ਇਹ ਜੇ ਕੋਈ ਸਿੱਖ ਧਰਮ ਦੇ ਵਿੱਚ ਮੁਸਲਿਮ ਆਦਮੀ ਆ ਕੇ ਕੋਈ ਵੀ ਸਿੰਗਰ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਕੀਰਤਨ ਕਰੂਗਾ, ਸਾਨੂੰ ਚੰਗਾ ਲੱਗੂਗਾ। ਇਹਦੇ ਚ ਕਿਹੜੀ ਮਾੜੀ ਗੱਲ? ਹਰਿਮੰਦਰ ਸਾਹਿਬ ਦੀ ਨੀਂਹ ਵੀ ਰੱਖੀ ਸੀ ਬਿਲਕੁਲ ਮੀਆਂ ਮੀਰ ਜੀ ਨੇ। ਬਿਲਕੁਲ ਸਾਡੇ ਸਿੱਖ ਧਰਮ ਦੇ ਵਿੱਚ ਤੇ ਸਰਬ ਧਰਮ ਨੂੰ ਕਿਵੇਂ ਇਕੱਠਾ ਪਿਆਰ ਨਾਲ ਰਹਿਣਾ ਤੇ ਮਾਨਵਵਾਦੀ ਜਿਹੜਾ ਪ੍ਰਕਿਰਿਆ ਜਾਂ ਮਾਨਵਵਾਦੀ ਐਟੀਟਿਊਡ ਆ ਉਸ ਨੂੰ ਅੱਗੇ ਰੱਖ ਕੇ ਜਾਤਾਂ ਪਾਤਾਂ ਤੇ ਧਰਮਾਂ ਤੇ ਹੋਰਨਾਂ ਤੋਂ ਉੱਪਰ ਉੱਠ ਕੇ ਮਨੁੱਖ ਤੇ ਮਨੁੱਖ ਜਿਹੜਾ ਰੱਬ ਦਾ ਰੂਪ ਆ ਉਸ ਨੂੰ ਅੱਗੇ ਰੱਖ ਕੇ ਤੁਸੀਂ ਸਾਰੀ ਜੀਵਨ ਦੀ ਕਾਰਜਸ਼ਾਲੀ ਕਿਵੇਂ ਰੀਓਰੀਐਂਟ ਕਰਨੀ ਆ, ਜਿਵੇਂ ਉਹ ਕਿਵੇਂ ਉਸ ਨੂੰ ਆਪਣਾ ਸੇਧਿਤ ਕਰਨਾ ਆ, ਉਸ ਕਿਸਮ ਦਾ ਸਾਨੂੰ ਉੱਥੋਂ ਸਿੱਖਿਆ ਮਿਲਦੀ ਹੈ। ਪਰ ਇਹ ਗੱਲਾਂ ਸੁਣ ਕੇ ਤੁਸੀਂ ਕੋਈ ਮੰਨੂਗਾ ਕਿ ਜੋ ਪ੍ਰਧਾਨ ਮੰਤਰੀ ਆ ਉਹ ਜਿਹੜੇ ਆ ਠੀਕ ਕਹਿ ਰਹੇ ਆ ਕਿ ਨਹੀਂ ਸਾਡੇ ਦੇਸ਼ ਤੇ ਇਹੋ ਜਿਹਾ ਕੁਝ ਨਹੀਂ, ਤੁਸੀਂ ਤਾਂ ਕਿਸੇ ਨੂੰ ਕੁਝ ਕਹਿੰਦੇ ਕਰੋ ਤਾਂ ਉਹਨੂੰ ਉਹਦੇ ਤੇ UAPA ਲਾਓ, ਤਾਂ ਤੁਹਾਡੇ ਕੋਲ NSA ਲਾਓ, ਤਾਂ ਜਿਹੜੇ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ, ਇੱਕ ਵੀ ਬੰਦਾ ਜਿਹੜਾ ਮੈਜੋਰਿਟੀ ਬਰਾਦਰੀ ਦਾ ਹੋਵੇ ਉਸ ਦਾ ਦੱਸੋ ਤੁਸੀਂ ਕਿੱਥੇ ਉਹਨਾਂ ਦੇ ਉੱਤੇ ਕੋਈ ਜਿਹੜਾ ਸਖਤ ਤੋਂ ਸਖਤ ਦੇਸ਼ ਵਿਰੋਧੀ ਕਾਨੂੰਨ ਜਿਹੜਾ ਦੂਜਿਆਂ ਤੇ ਲਾਉਨੇ ਆ ਉਹ ਲਾਇਆ ਹੋਵੇ। ਤੁਸੀਂ ਭੀਮਾ ਕੋਰੇਗਾਉਂ ਤੇ ਕਿਵੇਂ ਫੜ ਕੇ ਅੰਦਰ ਦਿੱਤੇ ਸੀਗੇ, ਅਜੇ ਤੱਕ ਨਹੀਂ ਛੱਡੇ ਬਹੁਤੇ ਬੰਦੇ, ਤੇ ਤੁਸੀਂ ਇੱਥੇ ਇਹ ਕਿਤੇ ਘੱਟ ਗੱਲ ਆ? ਦੇਸ਼ ਵਿਰੋਧੀ, ਬਹੁਤ ਦੇਸ਼ ਵਿਰੋਧੀ, ਸਮਾਜ ਵਿਰੋਧੀ ਗੱਲਾਂ ਆ, ਧਰਮ ਵਿਰੋਧੀ ਗੱਲਾਂ ਆ। ਇਸ ਲਈ ਪ੍ਰਧਾਨ ਮੰਤਰੀ ਜੀ ਇੱਕ ਜ਼ਿੰਮੇਵਾਰ ਬੰਦੇ, ਸਾਰੀ ਉਹਨਾਂ ਦੇ ਸ਼ਬਦਾਂ ਨੂੰ ਸਾਰੀ ਦੁਨੀਆ ਦੇਖਦੀ ਸੁਣਦੀ ਹੈ, ਉਹਨਾਂ ਨੂੰ ਸੱਚਾਈ ਬਿਆਨ ਕਰਨੀ ਚਾਹੀਦੀ ਔਰ ਆਪਣੀ ਕਮਜ਼ੋਰੀ ਮੰਨ ਕੇ ਕਹਿਣਾ ਚਾਹੀਦਾ ਸਾਡੇ ਅੰਦਰ ਕਮਜ਼ੋਰੀਆਂ, ਸਾਡੀਆਂ ਕਮੀਆਂ ਆ, ਅਸੀਂ ਉਹਨਾਂ ਨੂੰ ਦੂਰ ਕਰਾਂਗੇ। ਇਹ ਕਹਿ ਦੇਣਾ ਕਿ ਪੋਚਾ ਹੀ ਪਾ ਦੇਣਾ ਕਿ ਨਹੀਂ ਕੁਝ ਨਹੀਂ ਹੈ, ਇਹ ਮੈਨੂੰ ਲੱਗਦਾ ਕਿ ਕੋਈ ਵੀ ਮੰਨਣ ਲਈ ਤਿਆਰ ਨਹੀਂ ਹੋਊਗਾ। ਪ੍ਰੋਫੈਸਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਕਿਸੇ ਜਿਹੜਾ ਇੱਕ ਜਗਰਾਤੇ ਕਰਨ ਵਾਲਾ ਕੋਈ ਮਿੱਤਲ ਨਾਮ ਦਾ ਵਿਅਕਤੀ ਆ, ਗਾਉਣ ਵਾਲਾ ਹੈਗਾ, ਉਹ ਬੰਦੇ ਨੇ ਸਟੇਟਮੈਂਟ ਦਿੱਤੀ ਹੈ ਕਿ ਮਾਸਟਰ ਸਲੀਮ ਜਿਹੜੇ ਸਿੰਗਰ ਨੇ, ਕਿਉਂਕਿ ਮਾਸਟਰ ਸਲੀਮ ਦਾ ਇੱਕ ਨਾਮ ਆ, ਬਾਲੀਵੁੱਡ 'ਚ ਵੀ ਨਾਮ ਆ, ਪੰਜਾਬ ਦੇ ਵਿੱਚ ਵੀ ਨਾਮ ਆ, ਉਹਦੀ ਗਾਇਕੀ ਆ ਜਿਹੜੀ ਉਹਨੇ ਬਹੁਤ ਜ਼ਿਆਦਾ ਜਿਹੜੀਆਂ ਭੇਟਾਂ ਗਾਈਆਂ ਨੇ, ਅਤੇ ਉਹ ਜਾਗਰਣ ਵੀ ਬਹੁਤ ਜ਼ਿਆਦਾ ਕਰਦੇ ਨੇ, ਕਲੀਅਰ ਕੰਠ ਵੀ ਬਹੁਤ ਜ਼ਿਆਦਾ ਜਾਗਰਣ ਕਰਦੇ ਨੇ। ਪਰ ਇਸ ਤਰੀਕੇ ਨਾਲ ਜਿਹੜੀ ਇਹ ਸਟੇਟਮੈਂਟ ਆ ਕਿ ਉਹਨੂੰ ਨਹੀਂ ਇਨਵਾਈਟ ਕਰਨਾ,
ਇਹ ਕਿਤੇ ਨਾ ਕਿਤੇ ਜਿਹੜੇ ਬੀਜੇਪੀ ਵਾਲੇ ਨੇ, ਜਿਹੜੇ ਇਹਨਾਂ ਦੇ ਲੋਕਾਂ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੂ ਵਾਲੀ ਰਾਜਨੀਤੀ ਭਰੀ ਹੋਈ ਆ, ਇਹਨਾਂ ਦੇ ਜਿਹੜੇ ਲੈਕਚਰ ਨੇ, ਇਹਨਾਂ ਦੇ ਲੀਡਰਾਂ ਦੀਆਂ ਜਿਹੜੀਆਂ ਰੋਜ਼ ਜਿਹੜੀਆਂ ਸਿਖਾਵਾਂ ਲੱਗਦੀਆਂ ਨੇ, ਉਹ ਜਿਹੜੀ ਇਹ ਭਰਦੇ ਨੇ ਲੋਕਾਂ ਦੇ ਦਿਮਾਗ ਦੇ ਵਿੱਚ, ਕਿਤੇ ਨਾ ਕਿਤੇ ਇਹੀ ਆ। ਤੇ ਦੂਜੇ ਪਾਸੇ ਸਟੈਲਨ ਜਿਹੜੇ ਹੈਗੇ ਨੇ, MK ਸਟੈਲਨ ਦਾ ਜਿਹੜਾ ਬੇਟਾ ਹੈਗਾ, ਉਹਨੇ ਇੱਕ ਸਟੇਟਮੈਂਟ ਦਿੱਤੀ ਆ ਕਿ ਜਿਹੜਾ ਸਨਾਤਨ ਧਰਮ ਆ ਇਹ ਇੱਕ ਤਰ੍ਹਾਂ ਦੀ ਵਾਇਰਸ ਦੇ ਵਾਂਗੂ ਆ। ਉਹਨਾਂ ਨੇ ਇੱਕ ਕੰਪੇਅਰ ਕੀਤਾ ਕਿ ਕਰੋਨਾ ਵਾਇਰਸ ਵਾਂਗੂ ਆ, ਡੇਂਗੂ ਵਾਂਗੂ ਆ। ਪ੍ਰੋਫੈਸਰ ਸਾਹਿਬ ਉਹਦੇ ਜਿਹੜੇ ਬਿਆਨ ਆ, ਉਸ ਬਿਆਨ ਦੀ ਜਿਹੜੀ ਆ ਨਿਖੇਧੀ ਵੀ ਕੀਤੀ, ਅਮਿਤ ਸ਼ਾਹ ਨੇ ਨਿਖੇਧੀ ਕੀਤੀ ਆ, ਪਰ ਉਹਦੇ ਜਿਹੜੇ ਉਹ ਜਿਹੜੀ ਉਹਦੇ ਦਿਮਾਗ 'ਚ ਕਿਸ ਤਰੀਕੇ ਨਾਲ ਕਹਿ ਰਿਹਾ? ਦੇਖੋ, ਇਹ ਬੜੀ ਗੱਲ ਸਾਫ਼ ਆ ਕਿ ਜਿਹੜੇ ਦਰਾਵੜਨ ਸਾਰੀ ਮੂਵਮੈਂਟ ਸੀਗੀ, ਪੈਰੀਆਰ ਹੋਰ ਸਾਰੇ, ਉਹਨਾਂ ਦੀ ਜਿਹੜੀ ਮੂਵਮੈਂਟ ਸੀ ਉਹ ਸੀਗੀ ਇਸ ਗੱਲ ਤੇ ਐਂਟੀ ਬ੍ਰਹਮਨਿਕਲ ਸਪਿਰਿਟ। ਉਹਨਾਂ ਦੀ ਬ੍ਰਹਮਨਿਕਲ ਸਪਿਰਿਟ ਬ੍ਰਾਹਮਣਾਂ ਦੇ ਵਿਰੁੱਧ ਨਹੀਂ, ਉਹ ਜਿਹੜਾ ਵਿਚਾਰ ਆ ਕਿ ਜਿਹੜਾ ਸਮਾਜ ਦੇ ਵਿੱਚ ਕੁਝ ਕੁ ਲੋਕਾਂ ਦੇ ਹੱਥੋਂ ਬਾਕੀ ਦਿਆਂ ਨੂੰ ਉਹ ਪੀੜਿਤ ਕਰਦੇ ਆ, ਨਪੀੜਦੇ ਆ, ਅਪਰੈਸ ਕਰਦੇ ਆ, ਔਰ ਉਹਨਾਂ ਨੂੰ ਜੀਵਨ ਦੇ ਵਿੱਚ ਮੌਕੇ ਪ੍ਰਦਾਨ ਨਹੀਂ ਹੋਣ ਦਿੰਦੇ। ਔਰ ਜੇ ਉਹਨਾਂ ਨੂੰ ਮੌਕੇ ਹੈ ਵੀ ਤੇ ਸਮਾਜਿਕ ਤੌਰ ਤੇ ਉਹ ਆਪਣੇ ਆਪ ਨੂੰ ਦਿਖਾ ਨਹੀਂ ਸਕਦੇ। ਜੇ ਦਿਖਾ ਲੈਣਗੇ ਤੇ ਇਸ ਨੂੰ ਜਿਹੜੇ ਸਵਰਨ ਜਾਤੀਆਂ ਵਾਲੇ, ਖਾਸ ਕਰ ਜਿਹੜੇ ਬ੍ਰਹਮਨਿਕਲ ਸੋਚ ਵਾਲੇ ਬੰਦੇ ਆ, ਉਹ ਆਪਣੇ ਆਪ ਨੂੰ ਸਮਝਦੇ ਆ ਕਿ ਸਾਡੇ ਤੇ ਇੱਕ ਕਿਸਮ ਦਾ ਚੁਣੌਤੀ ਆ, ਸਾਨੂੰ ਮੁਕਾਬਲੇ ਦੇ ਵਿੱਚ ਆ ਰਿਹਾ ਤੇ ਇਹਨਾਂ ਨੂੰ ਬੇਇੱਜ਼ਤ ਕੀਤਾ ਜਾਏ। ਇਹ ਜਾਣੀ ਇੱਕ ਤੇ ਹੈ ਕਿ ਉਹਨਾਂ ਕੋਲ ਵੈਸੇ ਹੀ ਸਾਧਨ ਨਹੀਂ ਹੈ। ਇਹੋ ਜਿਹੇ ਤੇ ਅਸੂਲ ਬਣਾਏ ਸੀ ਵੀ ਇਹ 3 ਮੰਜ਼ਲੇ ਮਕਾਨ ਨਹੀਂ ਕਰ ਸਕਦੇ, ਮੰਜ਼ਲੇ ਮਕਾਨ ਨਹੀਂ ਰਹਿ ਸਕਦੇ, ਇਹ ਕੰਨਾਂ 'ਚ ਸੋਨਾ ਨਹੀਂ ਪਾ ਸਕਦੇ, ਛਤਰੀ ਲੈ ਕੇ ਨਹੀਂ ਚੱਲ ਸਕਦੇ। ਕੇਰਲਾ ਦੇ ਵਿੱਚ ਆ ਰਾਵਸ ਕਮਿਊਨਿਟੀ ਆ ਜਿਹੜੀਆਂ, ਉਹਨਾਂ ਨੂੰ ਔਰਤਾਂ ਆ ਉਹ ਆਪਣੇ ਛਾਤੀਆਂ ਨਹੀਂ ਸੀ ਢੱਕ ਸਕਦੀਆਂ। ਇਹੋ ਜਿਹੇ ਕਾਨੂੰਨ ਬਣਾ ਕੇ ਰੱਖੇ ਹੋਏ ਸੀ। ਕਾਨੂੰਨ ਕੋਈ ਸਰਕਾਰੀ ਕਾਨੂੰਨ, ਸੰਵਿਧਾਨਿਕ ਕਾਨੂੰਨ ਨਹੀਂ ਸੀਗੇ। ਸਮਾਜ ਦੇ ਅੰਦਰ ਦਬਾਅ ਇਹੋ ਜਿਹਾ ਬਣਾ ਕੇ ਸਨਾਤਨੀ ਸੋਚ ਦੇ ਨਾਲ। ਉਹ ਸਨਾਤਨ ਧਰਮ ਦੇ ਵਿਰੁੱਧ ਬਿਆਨ ਨਹੀਂ ਹੈ। ਕਿਸੇ ਦੀ ਜੋ ਵੀ ਕਿਸੇ ਦਾ ਅਕੀਦਾ ਹੈ, ਮੈਂ ਵੀ ਕੋਈ ਕਿਸੇ ਨੂੰ ਕਿਸ ਤਰੀਕੇ ਨਾਲ ਪੂਜਦਾ ਜ਼ਰੂਰ ਕਰੋ, ਪਰ ਜਿਹੜੀ ਗੱਲ ਅਮਾਨਵੀ ਹੈ, ਜਿਹੜੀ ਗੱਲ ਸੰਵਿਧਾਨ ਦੇ ਵਿਪਰੀਤ ਹੈ, ਸੰਵਿਧਾਨ ਦੇ ਉਲਟ ਹੈ, ਸਾਡਾ ਸੰਵਿਧਾਨ ਸੈਕੂਲਰ ਹੈ, ਉਹਦੇ ਵਿੱਚ ਸੈਕੂਲਰਿਜ਼ਮ ਨੂੰ ਸੋਸ਼ਲਿਸਟ ਪੈਟਰਨ ਜਿਹੜਾ ਉਸ ਕਿਸਮ ਦਾ ਸੰਵਿਧਾਨ ਦੇ ਵਿੱਚ ਪ੍ਰੀਐਂਬਲ 'ਚ ਲਿਖਿਆ, ਰਿਪਬਲਿਕ ਹੈ, ਡੈਮੋਕ੍ਰੇਟਿਕ ਹੈ, ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਤੇ ਜੇ ਜਿਹਦੇ 'ਚ ਲਿਬਰਟੀ, ਫਰਟਰਨਿਟੀ, ਇਹ ਸਾਰਾ ਤਰਕ, ਰੀਜ਼ਨ, ਇਹ ਸਾਰਾ ਕੁਝ ਲਿਖਿਆ ਹੋਇਆ ਪਹਿਲੇ ਪੇਜ ਤੇ ਸੰਵਿਧਾਨ ਤੇ, ਜੇ ਉਹਦੇ ਉਲਟ ਸਮਾਜ ਦੇ ਵਿੱਚ ਕੋਈ ਇਹੋ ਜਿਹੀਆਂ ਚੀਜ਼ਾਂ ਚੱਲ ਰਹੀਆਂ ਜਿਹੜੀਆਂ ਲੋਕਾਂ ਦੇ ਬਰਾਬਰਤਾ ਦੇ ਹੱਕ ਹਕੂਕ ਨੂੰ ਉਹਦੇ ਤੋਂ ਉਹਨੂੰ ਕੁਐਸਚਨ ਕਰਦੀਆਂ ਜਾਂ ਉਹਦੇ ਤੇ ਹਮਲਾ ਕਰਦੀਆਂ, ਬਰਾਬਰ ਦੇ ਹੱਕ ਹਕੂਕ ਦੇ ਉੱਤੇ ਉਹਨੂੰ ਦਬਾਉਂਦੀਆਂ ਲੋਕਾਂ ਨੂੰ, ਤਾਂ ਫਿਰ ਉਸ ਦੇ ਉੱਤੇ ਸਵਾਲੀਆ ਚਿੰਨ੍ਹ ਤੇ ਹੋਣਾ ਚਾਹੀਦਾ। ਪਰ ਇਸ ਨੂੰ ਇੱਕ ਆਈਡੀਆਲੋਜੀ ਜਿਹਨੂੰ ਸ਼ਾਰਟ ਹੈਂਡ ਵਿੱਚ ਲੋਕ ਮਨੂਵਾਦੀ ਸੋਚ ਨੂੰ ਕਹਿ ਦਿੰਦੇ, ਕਿਉਂਕਿ ਮਨੂ ਨੇ ਇਹੋ ਜਿਹੀਆਂ ਪ੍ਰਸਕ੍ਰਿਪਸ਼ਨਾਂ ਦਿੱਤੀਆਂ ਜਿਹੜੀਆਂ ਕਿ ਬਹੁਤ ਹੀ ਚਰਚਿਤ ਆ ਔਰ ਜਿਹੜੀਆਂ ਬਹੁਤ ਹੀ ਹਿਊਮਨ ਰਾਈਟਸ, ਜਿਹੜੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈਗੇ ਆ, ਅੱਜ ਦੀ ਮਾਡਰਨ ਜ਼ਿੰਦਗੀ ਦੇ ਬਿਲਕੁਲ ਵਿਰੁੱਧ ਹੈ। ਜੇ ਉਸ ਰੂਪ 'ਚ ਇਸ ਨੂੰ ਲਿਆ ਜਾਵੇ, ਸਟਾਲਨ ਦੇ ਜਿਹੜਾ MK ਸਟਾਲਨ ਹੈ, ਚੀਫ ਮਿਨਿਸਟਰ ਇਸ ਵੇਲੇ DMK ਦੇ ਤਾਮਿਲਨਾਡੂ ਦੇ, ਉਹਨਾਂ ਦੇ ਬੇਟੇ ਨੇ ਸਟਾਲਨ ਨੇ ਜਿਹੜੀ ਗੱਲ ਇਹ ਕਹੀ ਹੈ, ਉਸ ਨੇ ਇਸੇ ਹੀ ਸਪਿਰਿਟ 'ਚ ਕਹੀ ਹੈ ਕਿ ਇਹ ਜਿਹੜਾ ਅਮਾਨਵੀ ਰੂਪ ਹੈ ਇਸ ਸਨਾਤਨ ਸੋਚ ਦੇ ਵਿੱਚ, ਧਰਮ ਵੀ ਛੱਡ ਦਿਓ ਤੁਸੀਂ, ਸ਼ਬਦ ਧਰਮ ਨਹੀਂ ਵਰਤਣਾ ਚਾਹੀਦਾ ਕਿਉਂਕਿ ਕਿਸੇ ਦਾ ਅਫੈਂਸ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਆਪਾਂ ਨਾ ਨਿੰਦਣ ਦੀ ਸਾਡੀ ਇੱਛਾ, ਨਾ ਅਸੀਂ ਨਿੰਦਣਾ ਚਾਹੁੰਦੇ ਹਾਂ। ਪਰ ਇਹ ਜਿਹੜੀ ਸੋਚ ਹੈਗੀ ਜਿਹਦੇ ਵਿੱਚ ਕੁਛ ਕਿਤੇ ਬਹੁਤ ਪਵਿੱਤਰ ਆ, ਸਮਾਜ ਨੂੰ ਤੁਸੀਂ ਇੰਜ ਵੰਡਦੇ ਆ ਕਿ ਕੁਛ ਤੋਂ ਬਹੁਤ ਸੁੱਚੇ ਉੱਚੇ ਪਵਿੱਤਰ ਹੈ, ਉਹੋ ਹੀ ਨੌਲੇਜ ਗ੍ਰਹਿਣ ਕਰ ਸਕਦੇ ਆ, ਉਹੋ ਹੀ ਪੜ੍ਹ ਸਕਦੇ ਆ, ਔਰ ਦੂਜੇ ਜਿਹੜੇ ਸਭ ਤੋਂ ਸਖਤ ਮਿਹਨਤ ਕਰਦੇ ਆ, ਦਲਿਤ ਸਮੁਦਾਇ ਹੈਗੇ ਆ, ਆਦੀਵਾਸੀ ਹੈ, ਔਰਤਾਂ ਹੈ, ਸਾਰਿਆਂ ਨੂੰ ਉਹਨਾਂ ਨੂੰ ਤੁਸੀਂ ਅਧਿਕਾਰਾਂ ਤੋਂ ਵੰਚਿਤ ਕਰਕੇ ਰੱਖਦੇ ਆ। ਉਸ ਗੱਲ ਤੋਂ ਉਹਨਾਂ ਨੇ ਸਿੱਧਾ ਸਖਤ ਸ਼ਬਦਾਂ ਦੇ ਵਿੱਚ ਥੋੜ੍ਹਾ ਅਟੈਕ ਕੀਤਾ। ਅਮਿਤ ਸ਼ਾਹ ਗਏ ਸੀਗੇ ਰਾਜਸਥਾਨ, ਉਹਨਾਂ ਨੇ ਬਹੁਤ ਵੱਡਾ ਹਮਲਾ ਕੀਤਾ ਹੈ ਇਸ DMK ਤੇ ਸਟਾਲਨ ਤੇ। ਉਹਨਾਂ ਨੇ ਕਿਹਾ ਕਿ ਇਹ ਤੇ ਦੇਖੋ ਜੀ ਧਰਮ ਦੇ ਉੱਤੇ ਹਮਲਾ ਆਇਆ, ਇਹ ਤੇ ਧਰਮ ਨੂੰ ਚਾਹੁੰਦੇ ਨਹੀਂ ਹੈ। ਇਹ ਜਿਹੜੀਆਂ ਉਹਨਾਂ ਨੇ ਗਾਂਹ ਵੀ ਜੋੜਤਾ INDIA ਦਾ ਜਿਹੜਾ ਸਾਰੇ ਦਾ ਸਾਰਾ, ਕਿਉਂਕਿ ਉਹਦਾ ਹਿੱਸਾ ਹੈਗੇ ਸਟਾਲਨ, DMK ਉਹਦਾ ਹਿੱਸਾ ਹੈ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਸਾਰੇ ਦਾ ਸਾਰਾ ਜਿਹੜਾ ਨਵਾਂ ਪਲੇਟਫਾਰਮ ਬਣਿਆ ਉਹ ਸਨਾਤਨੀ ਧਰਮ ਦੇ ਬਿਲਕੁਲ ਵਿਰੋਧ ਵਿੱਚ ਆ, ਇਹਨੂੰ ਦੇਸ਼ ਵਿੱਚੋਂ ਖਤਮ ਕਰਨ ਦੇਣਾ ਚਾਹੁੰਦੇ। ਜਦੋਂ ਗੱਲ ਮਾੜੀ ਜੀ ਚੱਲੇ ਫਿਰ ਉਸ ਨੂੰ ਰੰਗ ਤੇ ਹੁਣ ਆਪੋ ਆਪਣੇ ਲੋਕ ਦੇਣਗੇ। ਪਰ ਮੈਨੂੰ ਐਂ ਲੱਗਦਾ ਕਿ ਅਸਲੀਅਤ ਇਹੀ ਹੈ ਕਿ ਜੋ ਉਹਨਾਂ ਨੇ ਕਿਹਾ ਉਹਦੇ ਸ਼ਬਦਾਂ ਦੇ ਵਿੱਚ
ਥੋੜੀ ਜਿਹੀ ਜੇ ਹੋਰ ਰਿਫਾਈਨਮੈਂਟ ਹੁੰਦੀ ਸਟਾਲਿਨ ਦੇ ਜੀ। MK ਸਟਾਲਿਨ ਦੇ ਬੇਟੇ ਦੇ, ਤਾਂ ਸ਼ਾਇਦ ਇਹ ਕੰਟਰੋਵਰਸੀ ਤੋਂ ਵੀ ਬਚਿਆ ਜਾ ਸਕਦਾ ਸੀ। ਜੀ ਪਰ ਸਾਹਿਬ ਇਹ ਉਦੈਨਿਧੀ ਸਟਾਲਿਨ ਦੀ ਜਿਹੜੀ ਇਹ ਸਟੇਟਮੈਂਟ ਸੀ, ਇਸ ਨੂੰ ਅਮਿਤ ਸ਼ਾਹ ਨੇ ਪੂਰਾ ਜਿਹੜਾ ਗਰੁੱਪ ਬਣਿਆ ਹੋਇਆ ਇੰਡੀਆ ਨਾਮ ਦਾ ਇੱਕ ਡੈਮੋਕ੍ਰੇਟਿਕ ਗਰੁੱਪ ਆ, ਉਹਦੇ ਖਿਲਾਫ ਹੀ ਦੱਸ ਦਿੱਤਾ ਕਿ ਉਹਨਾਂ ਦੀ ਸਾਰਿਆਂ ਦੀ ਕੀ ਸੋਚ ਆ। ਤੇ ਪਰ ਦੂਜੇ ਪਾਸੇ ਆਪਾਂ ਦੇਖੀਏ ਉਹਨਾਂ ਦੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ। ਉਸ ਮੀਟਿੰਗਾਂ ਦੇ ਦੌਰਾਨ ਹੀ ਕਈ ਇਹੋ ਜਿਹੀਆਂ ਪਾਰਟੀਆਂ ਨੇ ਜਿਵੇਂ ਖੇਤਰੀ ਪਾਰਟੀਆਂ ਹੋ ਗਈਆਂ, ਉਹ ਉੱਥੇ ਤਾਂ ਉਸ ਜਿਹੜਾ ਇੰਡੀਆ ਨਾਮ ਦਾ ਗਰੁੱਪ ਆ ਉਹਦੇ ਵਿੱਚ ਸ਼ਾਮਲ ਨੇ, ਪਰ ਸਟੇਟਾਂ 'ਚ ਜਦੋਂ ਆਪਣੇ ਆ ਜਾਂਦੀਆਂ ਨੇ ਉੱਥੇ ਆ ਕੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਉਹੀ ਆ ਕਿ ਜਿਵੇਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੇ ਦੇ ਕਾਫੀ ਵਿਰੋਧੀ ਨੇ। ਕਾਂਗਰਸ ਵਾਲੇ ਤਾਂ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਨੇ ਸਾਡੇ ਤੇ ਕਾਫੀ ਜਿਹੜੇ ਪੁਲਿਸ ਦੀ ਸਹਾਇਤਾ ਦੇ ਨਾਲ, ਵਿਜੀਲੈਂਸ ਦੀ ਸਹਾਇਤਾ ਨਾਲ ਸਾਡੇ ਤੇ ਰੇਡਾਂ ਮਰਵਾਈਆਂ ਨੇ, ਸਾਨੂੰ ਫਸਾਇਆ ਝੂਠੇ ਮੁਕੱਦਮਿਆਂ ਦੇ ਵਿੱਚ। ਪਰ ਦੂਜੇ ਪਾਸੇ ਉਹ ਕਹਿ ਰਹੇ ਨੇ ਕਿ ਇਹ ਸਾਰਿਆਂ ਦਾ ਇੱਕ ਅਲਾਈਅੰਸ ਹੋਇਆ ਇੰਡੀਆ ਨਾਮ ਦਾ ਜਿਹੜਾ ਅਲਾਈਅੰਸ ਆ। ਪ੍ਰੋਫੈਸਰ ਸਾਹਿਬ ਇਹਦੇ ਪਿੱਛੇ ਜਿਹੜੀਆਂ ਕੀ ਇਹ ਕਾਮਯਾਬ ਹੋਵੇਗਾ ਅਲਾਈਅੰਸ? ਇਹ ਨਾ ਕਾਫੀ ਗੁਰਦੀਪ ਇਫਸ ਐਂਡ ਬਟਸ ਇੱਥੇ ਹੈਗੇ ਆ। ਪਹਿਲੀ ਗੱਲ ਆਹ ਹੀ ਗੱਲ ਜਿਹੜੀ ਹੈ, ਲਗਾਤਾਰ ਇਹ ਚਿੰਤਾ ਵੀ ਬਣੀ ਰਹਿਣੀ ਹੈ ਇਸ ਅਲਾਇੰਸ ਦੀ, ਔਰ ਇਹੀ ਸਭ ਤੋਂ ਜ਼ਿਆਦਾ ਇੱਕ ਕਮਜ਼ੋਰ ਕੜੀ ਤੁਸੀਂ ਕਹਿ ਲਓ ਇਸ ਸਾਰੇ ਅਲਾਇੰਸ ਦੇ ਵਿੱਚ। ਮੈਂ ਹੁਣੇ ਇੱਕ ਜਲਪਾਈਗੁੜੀ ਜ਼ਿਲ੍ਹੇ ਦੇ ਏਰੀਏ ਦੇ ਵਿੱਚ, ਉੱਥੇ ਇੱਕ ਪਿੰਡ ਦੇ ਵਿੱਚ ਬਾਈ ਇਲੈਕਸ਼ਨ ਇੱਕ ਕਾਂਸਟੀਚੁਐਂਸੀ ਦੀ ਪੱਛਮੀ ਬੰਗਾਲ 'ਚ ਹੋਣੀ ਹੈ। ਉੱਥੇ 3 ਧਿਰੀ ਲੜਾਈ ਅਖਬਾਰ ਦੇ ਵਿੱਚ ਪੜ੍ਹਿਆ ਮੈਂ ਜਾ ਕੇ, ਜਿਹੜੇ ਉੱਥੇ ਪੱਛਮੀ ਬੰਗਾਲ ਦੇ ਹਿੰਦੂ ਪੇਪਰ ਸਾਰਾ ਇੰਡੀਆ ਨੂੰ ਕਵਰ ਕਰਦਾ ਤੇ ਤੁਹਾਨੂੰ ਇੱਧਰ ਉੱਧਰ ਦੀਆਂ ਖਬਰਾਂ ਆਉਂਦੀਆਂ। ਉਸ ਕਾਂਸਟੀਚੁਐਂਸੀ ਦੇ ਵਿੱਚ ਸੌਰੀ TMC, ਕਾਂਗਰਸ ਤੇ CPM ਤੇ BJP, ਇਹ 3 ਧਿਰਾਂ ਜਿਹੜੀਆਂ ਆਪਸ ਵਿੱਚ ਮੁਕਾਬਲਾ ਕਰਨਗੀਆਂ ਜੀ। ਔਰ ਜੇ ਇਹ 3 ਧਿਰਾਂ ਆਪਸ ਵਿੱਚ ਖੜੀਆਂ ਤਾਂ ਫਿਰ ਜਿਹੜਾ ਨੈਸ਼ਨਲ ਪਲੇਟਫਾਰਮ ਆ ਉਹ ਤੇ ਉਹਦਾ ਅਰਥ ਫਿਰ ਕੀ ਰਿਹਾ। ਮੈਂ ਕਲਕੱਤੇ ਫੋਨ ਕਰਕੇ ਆਪਣੇ ਦੋਸਤ ਤੋਂ ਪੁੱਛਿਆ, ਭਾਈ ਇਹ ਅਲਾਇੰਸ ਤੇ ਅਜੇ ਚੱਜ ਨਾਲ ਬਣਿਆ ਵੀ ਨਹੀਂ ਤੇ ਇਹ ਆਮਣੇ ਸਾਹਮਣੇ ਖੜੇ ਹੋਣਗੇ ਤੇ ਮੈਸੇਜ ਕੀ ਜਾਊਗਾ ਜੀ? ਤੁਹਾਡੇ ਵਾਲਾ ਸਵਾਲ। ਉਹ ਕਹਿੰਦੇ ਜੀ ਇਸ ਵੇਲੇ TMC ਦਾ ਕਰਪਸ਼ਨ ਪ੍ਰਤੀ ਇੰਨਾ ਜ਼ਿਆਦਾ ਉਹਨਾਂ ਦਾ ਲੋਕਾਂ ਦਾ ਬਣਿਆ ਹੋਇਆ ਕਿ ਬਹੁਤ ਕਰਪਸ਼ਨ ਵੱਡੇ ਪੱਧਰ ਤੇ ਹੋ ਰਹੀ ਹੈ, ਲੋਕਾਂ ਨੂੰ ਉਸ ਸਿਸਟਮ ਦੇ ਵਿੱਚ ਕੋਈ ਡਿਲੀਵਰੀ ਨਹੀਂ, ਜਾਣੀ ਬੈਡ ਗਵਰਨੈਂਸ ਜਿਹਨੂੰ ਕਹਿ ਲਓ, ਇਹ ਇੱਕ ਭਾਵਨਾ ਉੱਥੇ ਚੱਲੀ ਹੋਈ ਹੈ। ਜੇ ਇਹ ਤੀਜੀ ਧਿਰ ਨਹੀਂ ਖੜੀ ਹੁੰਦੀ ਤੇ ਲਾਜ਼ਮੀ ਹੈ ਕਿ ਉਹਦਾ ਫਾਇਦਾ BJP ਨੂੰ ਹੋਊਗਾ। ਉਹ ਵੋਟਾਂ TMC ਨੂੰ ਟੁੱਟ ਕੇ ਸਿੱਧੀਆਂ BJP ਦੇ ਪੱਲੜੇ 'ਚ ਆ ਜਾਣਗੀਆਂ। ਇਸ ਲਈ ਉਹ ਵੋਟਾਂ ਉਧਰ ਨਾ ਜਾਣ, ਅਸੀਂ ਇੱਕ ਤੀਜਾ ਪੱਲੜਾ ਵਿੱਚ ਖੜਾ ਕਰ ਰਹੇ ਹਾਂ ਤੇ ਇਸ ਦਾ ਹੋ ਸਕਦਾ ਆ ਕਿ ਉਸ ਪਾਸੇ ਤੇ ਨੁਕਸਾਨ ਹੋਵੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਆਪਸ ਵਿੱਚ ਜਦੋਂ ਭਿੜਨਗੀਆਂ। ਪਰ ਇਹ ਜੋ ਅਲਟੀਮੇਟਲੀ INDIA ਦਾ ਇੱਕ ਏਮ ਆ ਕਿ BJP ਨਹੀਂ ਆਉਣ ਦੇਣੀ ਅਸੀਂ, ਉਸ ਦੇ ਵਿੱਚ ਇਹ 3 ਬੰਦੇ ਖੜੇ ਹੋ ਕੇ ਵੀ ਉਸ ਲਈ ਇਹ ਹੈਲਪਫੁਲ ਹੋਊਗਾ, ਇਹ ਉਹਨਾਂ ਦਾ ਕਹਿਣਾ ਸੀ। ਪੰਜਾਬ ਦੇ ਵਿੱਚ ਵੀ ਇਹੋ ਹੀ ਆ। ਇਹ ਲਗਾਤਾਰ ਇਸ ਕਿਸਮ ਦੀ ਤੁਸੀਂ ਕਹਿ ਲਓ ਆਪਸੀ ਦਵੰਦ ਜਾਂ ਤੁਸੀਂ ਆਪਸੀ ਜਿਹੜਾ ਇਹਨਾਂ ਦੇ ਬੇਭਰੋਸਗੀ ਟਾਈਪ ਬਣਿਆ ਹੀ ਰਹੂਗਾ। ਕਾਰਨ ਉਹਦਾ ਇਹੀ ਹੈ ਕਿ ਇੱਥੇ ਤਾਂ ਹੈ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸੀ ਆ ਪੰਜਾਬ ਦੇ ਵਿੱਚ, ਤੇ ਜੇ ਕੇਂਦਰ ਦੇ ਵਿੱਚ ਉਹ ਇੱਕ ਦੂਜੇ ਦੇ ਨਾਲ ਪ੍ਰੈਸ ਕਾਨਫਰੰਸਾਂ ਕਰਨਗੇ ਤਾਂ ਲੋਕਾਂ ਦੇ ਵਿੱਚ ਇੱਕ ਕਿਸਮ ਦੀ ਸੋਚ ਤੇ ਬਣੂਗੀ। ਪਰ ਹੋ ਸਕਦਾ ਆ ਕਿ ਦੇਖੋ ਜਦੋਂ ਤੁਸੀਂ ਲਾਰਜਰ ਇਸ਼ੂ ਕੋਈ ਦੇਖਦੇ ਆ, ਨੈਸ਼ਨਲ ਇਸ਼ੂ ਦੇਖਦੇ ਆ ਜਾਂ ਇੰਟਰਨੈਸ਼ਨਲ ਇਸ਼ੂ ਦੇਖਦੇ ਆ, ਤਾਂ ਉਦੋਂ ਜਿਹੜੇ ਆਪਣੇ ਛੋਟੇ ਇਸ਼ੂ ਹੁੰਦੇ ਉਹਨਾਂ ਨੂੰ ਭੁੱਲ ਜਾਂਦੇ। ਪਿੰਡ ਦੇ ਵਿੱਚ 2 ਧੜੇ ਬਣੇ ਹੁੰਦੇ ਆ, ਲੜਾਈਆਂ ਹਮੇਸ਼ਾ ਹੁੰਦੀਆਂ, ਪਰ ਉਸ ਪਿੰਡ ਦੇ ਘੇਰਾ ਪਾ ਕੇ ਜੇ ਕੋਈ ਚਾਰੇ ਪਾਸਿਓਂ ਕੋਈ ਹਮਲਾ ਕਰਨ ਆ ਜਾਏ ਪਿੰਡ ਤੇ, ਫਿਰ ਉਹ ਪਿੰਡ ਆਪਣੀਆਂ ਉਹ ਗੱਲਾਂ ਕੱਢ ਕੇ ਲਿਆਉਣਗੇ ਵੀ ਇਹਨੂੰ ਮਾਰਨ ਦਿਓ, ਕੋਈ ਨਹੀਂ ਨਾ। ਉਦੋਂ ਉਹ ਸਾਰੇ ਆਪਣੇ ਫਰਕ ਭੁੱਲ ਕੇ ਆਪਸ ਵਿੱਚ ਇਕੱਠੇ ਹੋ ਕੇ ਪਹਿਲਾਂ ਪਿੰਡ ਨੂੰ ਬਚਾਉਣ ਦੀ ਗੱਲ ਕਰਨਗੇ, ਫਿਰ ਆਪਸ ਵਿੱਚ ਧੜੇਬੰਦੀ ਦੀ ਗੱਲ ਬਾਅਦ ਵਿੱਚ ਆਊਗੀ। ਇਸ ਵੇਲੇ ਦੇਸ਼ ਦੇ ਅੰਦਰ ਜਿਹੜਾ ਮਾਹੌਲ ਬਣਿਆ ਉਹ ਬਿਲਕੁਲ ਇਸੇ ਤਰ੍ਹਾਂ ਦਾ ਕਿ ਇਸ ਵੇਲੇ ਦੇਸ਼ ਦੇ ਸੰਵਿਧਾਨ, ਕਾਨੂੰਨ ਤੇ ਲੋਕਤੰਤਰ ਨੂੰ ਕਿਵੇਂ ਬਚਾਉਣਾ ਆ, ਉਸ ਖਤਰੇ ਤੋਂ ਡਰਦੇ ਹੋਏ ਸਾਰੇ ਲੋਕ ਇਕੱਠੇ ਹੋਏ ਤੇ ਕੋਈ ਨਾ ਕੋਈ ਗੰਢ ਧੁੱਪ ਹੋ ਗਿਆ ਤਾਂ ਫਿਰ ਸ਼ਾਇਦ ਇਸ ਦੇ ਵਿੱਚ ਕੋਈ ਨਾ ਕੋਈ ਬਦਲਾਅ ਜਾਂ ਇਸ ਕਿਸਮ ਦਾ ਛੁਟਕਾਰਾ ਹੋਣ ਵਾਲੀ NDA ਤੋਂ INDA ਦੇ ਹੱਕ ਦੇ ਵਿੱਚ ਹੋ ਸਕਦਾ। ਪਰ ਇੱਕ ਗੱਲ ਇੱਥੇ ਸਾਨੂੰ ਜ਼ਰੂਰ ਮਨ ਵਿੱਚ ਰੱਖਣੀ ਚਾਹੀਦੀ ਹੈ ਗੁਰਦੀਪ, ਉਹ ਇਹ ਕਿ ਬਹੁਤ ਸਾਰੀਆਂ ਪਾਰਟੀਆਂ ਇਹਨਾਂ ਵਿੱਚ ਵੀ ਕੋਈ ਬਹੁਤ ਦੁੱਧ ਧੋਤੀਆਂ ਨਹੀਂ ਹੈ। ਜਿਵੇਂ TMC ਦੀ ਗੱਲ ਤੁਹਾਡੇ ਸਾਹਮਣੇ ਆ ਹੀ ਗਈ, ਕੱਲੇ ਦਾ ਨਾਂ ਲੈਣ ਦਾ ਲੋੜ ਨਹੀਂ ਹੈਗੀ। ਇਹ ਅਲਟੀਮੇਟਲੀ ਸਾਡੇ ਦੇਸ਼ ਦੇ ਅੰਦਰ
ਇਹ ਡੈਮੋਕ੍ਰੇਸੀ ਦਾ ਹੀ ਫੇਲਰ ਮੰਨਦਾ ਮੈਂ ਕਿ ਜੇ ਜਿੱਥੇ ਸਿਸਟਮ ਜਿਹੜਾ ਜਿਹਨੂੰ ਵੀ ਤੁਸੀਂ ਪਾਰਟੀ ਨੂੰ ਲਿਆਓ, ਕਿੰਨੇ ਚਾਵਾਂ 'ਚ ਝਾੜੂ ਵਾਲੀ ਪਾਰਟੀ ਇੱਥੇ ਲਿਆਂਦੀ ਸੀ ਤੇ ਉਹਦਾ ਹਾਲਤ ਤੁਸੀਂ 1.5 ਸਾਲ ਦੇ ਅੰਦਰ ਕਿਹੋ ਜਿਹੀ ਬਣੀ ਦੇਖਦੇ ਆ। ਇਹ ਕੋਈ ਸਿਸਟਮ ਹੀ ਸਾਡਾ ਇਹੋ ਜਿਹਾ ਜਿੱਥੇ ਚੋਣਾਂ ਦੇ ਰਾਹੀਂ ਸਰਕਾਰਾਂ ਬਣਾ ਕੇ ਕੁਝ ਸਮਾਜਿਕ ਵੈਲਫੇਅਰ ਕਰਨਾ, ਦੇ ਲੋਕ ਭਲਾਈ ਦਾ, ਦੇਸ਼ ਭਲਾਈ ਦਾ, ਸਮਾਜ ਭਲਾਈ ਦਾ ਕੁਝ ਕੰਮ ਕਰ ਪਾਉਣਾ ਕਾਫੀ ਮੁਸ਼ਕਲ ਲੱਗਦਾ। ਪ੍ਰੋਫੈਸਰ ਸਾਹਿਬ, ਜਿਵੇਂ ਕਿ ਆਪਾਂ ਦੇਖਿਆ ਕਿ ਬੀਜੇਪੀ ਸਰਕਾਰ ਜਦੋਂ ਦੀ ਆਈ ਹੈ, ਇਹਨਾਂ ਦੀ ਜ਼ਿਆਦਾਤਰ ਇਹੀ ਰੱਟ ਲੱਗੀ ਰਹਿੰਦੀ ਹੈ, ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਦੇਸ਼, ਇੱਕੋ ਹੀ ਤਰ੍ਹਾਂ ਦੇ ਸਾਰੇ ਲੋਕ, ਯੂਨੀਫਾਰਮ ਸਿਵਲ ਕੋਡ, ਇਦਾਂ ਦੀਆਂ ਗੱਲਾਂ ਕਰਦੇ ਨੇ। ਤੇ ਜਦ ਕਿ ਦੂਜੇ ਪਾਸੇ ਇਹ ਆ ਕਿ ਇਹਨਾਂ ਨੇ ਕਦੇ ਇਹ ਵੀ ਨਹੀਂ ਕਿਹਾ ਕਿ ਇੱਕ ਦੇਸ਼, ਇੱਕੋ ਹੀ ਤਰ੍ਹਾਂ ਦੀ ਜਾਤ ਹੋਵੇਗੀ, ਇੱਕੋ ਹੀ ਤਰੀਕੇ ਨਾਲ ਸਾਰੇ ਕੰਮਕਾਰ ਕਰਨਗੇ। ਤੇ ਅੱਜ ਕੱਲ੍ਹ ਨਵੀਂ ਚਰਚਾ ਚੱਲੀ ਹੋਈ ਆ ਕਿ ਇੱਕ ਦੇਸ਼ ਇੱਕ ਚੋਣ, ਜਿਹਦੇ ਲਈ ਇਹਨਾਂ ਨੇ ਕਮੇਟੀ ਬਣਾ ਲਈ ਆ। ਕਮੇਟੀ ਦੇ ਜਿਹੜੇ ਹੈੱਡ ਕਰ ਰਹੇ ਨੇ ਆਪਣੇ ਸਾਬਕਾ ਰਾਸ਼ਟਰਪਤੀ ਕੋਵਿੰਦ ਸਾਹਿਬ ਕਰ ਰਹੇ ਨੇ। ਕਾਂਗਰਸ ਦੇ ਜਿਹੜੇ ਸੁਧੀਰ ਰੰਜਨ ਚੌਧਰੀ ਸੀ, ਉਹਨਾਂ ਨੇ ਤਾਂ ਡਿਨਾਈ ਕਰ ਦਿੱਤਾ ਕਿ ਮੈਂ ਇਸ ਕਮੇਟੀ ਦਾ ਮੈਂਬਰ ਨਹੀਂ ਹੋਵਾਂਗਾ, ਕਿਉਂਕਿ ਆਲਰੇਡੀ ਇਹਨਾਂ ਨੇ ਡਿਸਾਈਡ ਕੀਤਾ ਹੋਇਆ। ਪ੍ਰੋਫੈਸਰ ਸਾਹਿਬ, ਉਹਦਾ ਕਾਫੀ ਵਿਰੋਧ ਵੀ ਹੋ ਰਿਹਾ। ਜਿਹੜਾ ਇੰਡੀਆ ਨਾਮ ਦਾ ਪਲੇਟਫਾਰਮ ਆ, ਉਹਨੇ ਵੀ ਵਿਰੋਧ ਕੀਤਾ। ਇਸ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ, ਜਦ ਕਿ ਪੰਜਾਬ ਦੀ ਅਕਾਲੀ ਦਲ ਨੇ ਇਹਦੀ ਸਪੋਰਟ ਕੀਤੀ ਆ। ਤੇ ਪ੍ਰੋਫੈਸਰ ਸਾਹਿਬ, ਉਹਦੇ ਪ੍ਰੈਜ਼ੈਂਟ ਸਿਚੁਏਸ਼ਨ ਕੀ ਆ ਉਹਦੀ? ਦੇਖੋ ਗੁਰਦੀਪ, ਇਹ ਬੜੀ ਇੱਕ ਆਪਣੇ ਆਪ 'ਚ ਬੜਾ ਪ੍ਰੀਲਿਮਿਨਰੀ ਟੈਸਟ ਹੋਊਗਾ INDIA ਦਾ, ਜਿਹੜੀਆਂ 28 ਪਾਰਟੀਆਂ ਇਕੱਠੀਆਂ ਹੋਈਆਂ। ਪਹਿਲਾਂ 26 ਸੀ ਕਹਿੰਦੇ, ਹੁਣ ਅਸੀਂ 28 ਹੋ ਗਏ ਹਾਂ। ਇਹ ਮੈਂ ਤਾਂ ਕਹਿ ਰਿਹਾ, ਮੈਂ ਕਿਤੇ ਕਿਸੇ ਛੋਟੀ ਜਿਹੀ ਖਬਰ ਸੀ ਸਪਾ ਬਾਰੇ, ਸਮਾਜਵਾਦੀ ਪਾਰਟੀ ਬਾਰੇ, ਉਹ ਕਹਿ ਰਿਹਾ ਕਿ ਹਾਂ ਜੀ ਹੋਣਾ ਚਾਹੀਦਾ ਜੀ ਇੱਕ ਨੇਸ਼ਨ ਇੱਕ ਚੋਣ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਚੰਗਾ ਲੱਗਦਾ ਜਾਂ ਰੀਜਨਲ ਪਾਰਟੀ ਲਈ ਜਾਂ ਸੰਘੀ ਢਾਂਚੇ ਲਈ ਇਹ ਚੰਗੀ ਗੱਲ ਹੈ, ਉਹ ਇਸ ਕਰਕੇ ਨਹੀਂ, ਇਸ ਕਰਕੇ ਕਿ ਹੋ ਸਕਦਾ ਅਜੇ ਯੋਗੀ ਦੀ ਸਰਕਾਰ ਦੇ ਕੁਝ ਟਾਈਮ ਰਹਿੰਦਾ ਹੋਵੇ, ਉਹ ਟੁੱਟ ਜਾਊਗੀ ਤੇ ਸਾਨੂੰ ਉਹਦੇ ਵਿੱਚ ਕੁੱਦਣ ਦਾ ਮੌਕਾ ਲੱਗੂਗਾ। ਦੂਜਾ, ਇਸ ਗੱਲ ਨੇ ਵੀ ਨੱਕ 'ਚ ਬਹੁਤ ਦਮ ਪਾਰਟੀਆਂ ਦੇ ਕੀਤਾ ਹੋਇਆ। ਗੱਲ ਇਹ ਨਹੀਂ ਕਿ ਸਰਕਾਰ ਦਾ ਖਰਚਾ ਬਹੁਤ ਆਉਂਦਾ, ਟਾਈਮ ਵੇਸਟ ਹੁੰਦਾ, ਐਡਮਿਨਿਸਟ੍ਰੇਸ਼ਨ ਦਾ ਫਲਾਨਾ ਆ, ਅਸੀਂ ਤਾਂ ਵਿਕਾਸ ਕਰਨਾ ਆ, ਬਾਰ-ਬਾਰ ਚੋਣਾਂ 'ਚ ਲੱਗੇ ਵੀ ਨਾ ਜਾਓ ਚੋਣਾਂ 'ਚ। ਤੁਹਾਨੂੰ ਕੋਈ ਕਹਿੰਦਾ? ਪ੍ਰਧਾਨ ਮੰਤਰੀ ਨੂੰ ਕਿਸੇ ਨੇ ਖਾਸ ਸਹੁੰ ਚੁਕਾਈ ਹੋਈ ਆ ਕਿ ਤੂੰ ਜਿੱਥੇ ਵੀ, ਭਾਵੇਂ ਪੰਚਾਇਤ ਦੀ ਚੋਣ ਹੋਵੇ, ਭਾਵੇਂ ਕਿਤੇ MP ਦੀ ਹੋਵੇ ਜਾਂ ਜਨਰਲ ਇਲੈਕਸ਼ਨ ਦੇ ਵਿੱਚ ਤੇ ਜਾਣਾ ਹੀ ਜਾਣਾ, ਕਿਤੇ ਵੀ ਸੂਬਿਆਂ ਦੀ ਹੋਵੇ, ਮਾਰ ਪਹਿਲਾਂ ਹੀ ਤੁਸੀਂ ਤਿਆਰੀਆਂ ਕਰਕੇ ਕੱਪੜੇ ਕੁੱਪੜੇ ਸਵਾ ਕੇ ਚੱਲ ਪੈਂਦੇ ਉੱਥੇ ਭਾਸ਼ਣ ਦੇਣ ਜਾਣੀ। ਪੱਛਮੀ ਬੰਗਾਲ 'ਚ ਪਿਛਲੀ ਵਾਰੀ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਨੇ 51 ਰੈਲੀਆਂ ਕੀਤੀਆਂ, 26 ਅਮਿਤ ਸ਼ਾਹ ਨੇ ਔਰ 25 ਜਿਹੜੀਆਂ ਪ੍ਰਧਾਨ ਮੰਤਰੀ। ਕਿ ਇਹਨਾਂ ਨੂੰ ਕੰਮ ਨਹੀਂ ਕੋਈ? ਬਿਲਕੁਲ। ਤੁਸੀਂ ਤੁਹਾਨੂੰ ਕਿਹੜਾ ਕਹਿੰਦਾ ਇੰਨੀਆਂ ਰੈਲੀਆਂ ਕਰੋ, ਇੱਕ ਰੈਲੀ ਕਰਕੇ ਆ ਜਾ ਕਰੋ। ਇਹਨਾਂ ਨੂੰ ਇਹ ਹੈ ਕਿ ਅਸਲ 'ਚ ਜਦੋਂ ਇਹ ਜਿਹੜੇ ਫੰਡ ਇਕੱਠੇ ਕਰਦੇ ਆ, ਖਰਚੇ, ਜਿਹੜੀਆਂ ਚੋਣਾਂ ਸਾਡੀਆਂ ਖਰਚੀਲੀਆਂ ਬਹੁਤ ਹੋ ਗਈਆਂ ਤੇ ਪਾਰਟੀਆਂ ਦਾ ਨਿਕਲ ਜਾਂਦਾ ਧੂਆਂ, ਬਾਰ-ਬਾਰ ਵੋਟਾਂ ਖਰੀਦਣੀਆਂ ਕਹਿ ਲਓ ਜਾਂ ਵੋਟਾਂ ਨੂੰ ਬਹਿਕਾਵੇ 'ਚ ਲੋਕਾਂ ਨੂੰ ਲਿਆਉਣਾ, ਬਹੁਤ ਕੁਝ, ਸੋਸ਼ਲ ਮੀਡੀਆ ਖਰੀਦਣਾ, ਇਹ ਕਰਨਾ, ਦੂਜੇ ਮੀਡੀਆ ਨੂੰ ਖਰੀਦਣਾ। ਇੱਕ ਤਾਂ ਸੌਖਾ ਕੰਮ ਰਹਿ ਗਿਆ ਤੇ ਸਾਰਾ ਖਰੀਦੋ ਫਰੋਖਤ ਦਾ ਇੱਕ ਡਰਾਮਾ ਵੱਡਾ। ਸਾਡੀਆਂ ਜਿਹਨੂੰ ਕਹਿੰਦੇ ਅਸੀਂ ਦੁਨੀਆ ਦੀ ਵੱਡੀ ਡੈਮੋਕ੍ਰੇਸੀ, ਹਾਲਾਤ ਧਰਾਤਲ ਦੇ ਆ। ਉਹਨਾਂ ਕੋਲੋਂ ਬਾਰ-ਬਾਰ ਕਾਰਪੋਰੇਟਾਂ ਤੋਂ ਪੈਸੇ ਇਕੱਠੇ ਕਰਕੇ ਇਹਨਾਂ ਚੋਣਾਂ ਦੇ ਵਿੱਚ ਉਤਰਨ ਦਾ ਪੈਸਾ ਨਹੀਂ ਹੈ। ਉਹਨਾਂ ਨੇ ਕਹਿਤਾ ਹੋਊਗਾ ਵੀ ਅਸੀਂ ਤੇ ਇੰਨੇ ਪੈਸੇ ਦੇਣੇ ਆ, ਇੱਕ ਵਾਰੀ ਕਰ ਲਓ, 10 ਵਾਰੀ ਕਰ ਲਓ, ਸਾਡੇ ਕੋਲ ਇਹ ਤੋਂ ਵੱਧ ਪੈਸਾ ਨਹੀਂ ਹੈ, ਤੁਸੀਂ ਬਹੁਤ ਖਰਚਾ। ਅਡਾਨੀ ਪਹਿਲਾਂ ਹੀ ਕ੍ਰਾਈਸਿਸ ਦੇ ਵਿੱਚ ਆ, ਪੈਸਾ ਬਹੁਤਾ ਇਹੋ ਇਹਨਾਂ ਲੋਕਾਂ ਤੋਂ ਵੀ ਆਉਣਾ ਰੂਲਿੰਗ BJP ਨੂੰ। ਇਸ ਲਈ ਉਹਨਾਂ ਨੇ ਇਹ ਨਵਾਂ ਫਾਰਮੂਲਾ ਉਸ ਆਪਣੇ ਪਾਰਟੀਆਂ ਦੇ ਖਰਚੇ ਤੋਂ ਬਚਣ ਲਈ, ਸਟੇਟ ਨੂੰ ਕਿਹੜਾ ਪਰਵਾਹ ਕਰਦਾ ਕਿ ਸਟੇਟ ਦੇ ਖਜ਼ਾਨੇ 'ਚੋਂ ਇੰਨਾ ਖਰਚਾ ਹੋ ਰਿਹਾ ਜੀ, ਇਹ ਫਲਾਨਾ ਹੋ ਰਿਹਾ ਜੀ, ਟਮਕਾਣਾ ਹੋ ਰਿਹਾ, ਜਾਂ ਬਹੁਤ ਲੋਕਾਂ ਦਾ ਆਮ ਗਰੀਬਾਂ ਦਾ, ਔਰਤਾਂ ਦਾ ਬਹੁਤ ਵਿਕਾਸ ਕਰਨਾ। ਇਸ ਕਰਕੇ ਇਹਨਾਂ ਨੂੰ ਟਾਈਮ ਨਹੀਂ ਮਿਲਦਾ। ਟਾਈਮ ਤੁਸੀਂ ਨਾ ਜਾਓ ਚੋਣਾਂ 'ਚ, ਬਹੁਤਾ ਤੁਹਾਨੂੰ ਕੋਈ ਕਹਿੰਦਾ ਕੋਈ ਉੱਥੇ ਜਾ ਕੇ ਸਾਰੀ ਜਗ੍ਹਾ ਭੰਗੜੇ ਪਾਉਣੇ ਆ। ਇਹ ਸਾਰਾ ਆਰਗੂਮੈਂਟ ਇੱਥੇ ਆ ਕੇ ਮੁੱਕਦਾ। ਬਹੁਤ ਸਾਰੀਆਂ ਦੂਜੀਆਂ ਪਾਰਟੀਆਂ ਤਾਈਆਂ ਜਿਹੜੀਆਂ ਰੀਜਨਲ ਪਾਰਟੀਆਂ, ਜਿਨ੍ਹਾਂ ਦਾ ਪੈਸੇ ਦੁੱਖੋਂ ਖੁਣੋਂ ਥੋੜ੍ਹਾ ਜਿਹਾ ਕਾਫੀਆ ਤੰਗ ਰਹਿੰਦਾ, ਉਹ ਵੀ ਇਸ ਦੇ ਵਿੱਚ ਹੋ ਸਕਦੇ। ਜਾਂ ਜਿਨ੍ਹਾਂ ਦੇ ਅਜੇ ਹੁਣੇ ਮੰਨ ਲਓ 2 ਸਾਲ ਚੋਣ ਹੋ ਗਿਆ, ਠੀਕ ਹੈ, 3 ਸਾਲ ਅਜੇ ਪੰਜਾਬ ਦਾ ਜਿਸ ਤਰ੍ਹਾਂ ਕੇਸ ਆ, ਅਕਾਲੀਆਂ ਨੇ ਕਿਉਂ ਕਿਹਾ? ਉਹਨਾਂ ਨੂੰ ਲੱਗਦਾ ਕਿ ਅਸੀਂ ਫਿਰ ਮੈਦਾਨ 'ਚ ਉਤਰਾਂਗੇ, ਸਾਨੂੰ ਪਹਿਲਾਂ ਨਾਲੋਂ ਤਾਂ ਬੈਟਰ ਪਰਫਾਰਮੈਂਸ ਹੀ ਹੋਊਗੀ। ਤੋੜ ਦਿਓ, ਬਾਅਦ 'ਚ ਵੇਖਾਂਗੇ ਕੀ ਇੱਕ ਚੋਣ ਹੁੰਦੀ ਆ ਇੱਕ ਦੇਸ਼ ਦੇ ਵਿੱਚ ਕਿ 10 ਚੋਣਾਂ ਹੁੰਦੀਆਂ। ਪਹਿਲਾਂ ਤਾਂ ਇੱਕੋ ਹੀ ਸੀਗੀ, ਫਿਰ ਇੰਝ ਹੋ ਗਿਆ, ਫਿਰ ਦੁਬਾਰਾ ਉਂਝ ਹੋ ਜੂ। ਇਸ ਤਰ੍ਹਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਆਪਣੇ ਨਿੱਜੀ ਸਵਾਰਥੀ ਹਿੱਤਾਂ ਨੂੰ, ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣਗੀਆਂ। ਔਰ INDIA ਵੀ ਬਣਨਾ ਉਹਦਾ ਇੱਕ ਹਿੱਸਾ ਹੀ ਹੈ। ਹੁਣ ਇਹ ਕਿੱਦਾਂ ਇਹਦੇ 'ਚੋਂ ਨਿਕਲਿਆ ਜਾਊ ਜਾਂ ਕਿੰਨਾ ਕਿ ਟੈਸਟ ਪਾਸ ਕਰਦਾ INDIA ਇਸ ਚੀਜ਼ ਨੂੰ, ਇਹ ਵੇਖਦੇ ਹਾਂ, ਹੁਣੇ ਪਤਾ ਲੱਗ ਜੂ ਥੋੜ੍ਹੇ ਦਿਨਾਂ ਤੱਕ। ਪਰ
ਇਸ ਵੇਲੇ ਬਹੁਤ ਭਰਸਨਾ ਹੋ ਰਹੀ ਹੈ ਜਗ੍ਹਾ ਜਗ੍ਹਾ ਤੋਂ, ਖਾਸ ਕਰਕੇ ਰਾਹੁਲ ਨੇ, ਖੜਗੇ ਨੇ, ਹੋਰਨਾਂ ਨੇ ਬੜਾ ਜ਼ਬਰਦਸਤ ਬਿਆਨ ਦਿੱਤਾ ਕਿ ਇਹ ਦੇਸ਼ ਦੇ ਵਿੱਚ ਇੱਕ ਪਾਰਟੀ ਦੇ ਰਾਜ ਨੂੰ ਪੱਕੇ ਤੌਰ ਤੇ ਮਜ਼ਬੂਤ ਕਰਨਾ ਔਰ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨਾ, ਉਸ ਕਿਸਮ ਦੀਆਂ ਸਾਜ਼ਿਸ਼ ਵਿੱਚੋਂ, ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਉਸ ਕਿਸਮ ਦੀ ਕੋਈ ਪਿੱਛੇ ਮਨਸੂਬੇ ਵਿੱਚੋਂ ਇਹ ਸੋਚ ਨੂੰ ਲਿਆਂਦਾ ਗਿਆ। ਇਹ ਖਤਰੇ ਤੋਂ ਖਾਲੀ ਨਹੀਂ, ਲੋਕਤੰਤਰ ਲਈ ਇਹ ਖਤਰੇ ਦੀ ਘੰਟੀ ਹੈ ਜੀ। ਪਰ ਸਭ ਗੱਲ ਕਰੀਏ ਆਪਾਂ ਪੰਜਾਬ ਦੀ, ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪੰਚਾਇਤਾਂ ਵਾਲਾ ਪਹਿਲਾਂ ਨੋਟੀਫਿਕੇਸ਼ਨ ਕੱਢਿਆ ਸੀ ਕਿ ਪੰਚਾਇਤਾਂ ਰੱਦ ਕਰੀਆਂ ਗਈਆਂ, ਉਸ ਤੋਂ ਬਾਅਦ ਉਹ ਬਹਾਲ ਕਰ ਲਿਆ ਹਾਈ ਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ। ਹੁਣ ਉਸ ਤੋਂ ਬਾਅਦ ਜਿਹੜਾ ਨਵਾਂ ਇਹਨਾਂ ਨੇ ਇੱਕ ਕਾਨੂੰਨ ਪਹਿਲਾਂ ਹੀ ਸੀ, ਐਸਮਾ ਕਾਨੂੰਨ ਲਗਾ ਕੇ ਜਿਹੜੀ ਪਟਵਾਰੀਆਂ ਨੇ ਇੱਕ ਹੜਤਾਲ ਕੀਤੀ ਸੀ, ਉਹ ਆਉਣ ਵਾਲੇ ਦਿਨਾਂ ਦੇ ਵਿੱਚ 10 ਸਤੰਬਰ ਨੂੰ ਉਹਨਾਂ ਨੇ ਕਿਹਾ ਕਿ ਉਹ 4000 ਜਿਹੜੇ ਪੈਨ ਨੇ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੇ ਕਰਮਚਾਰੀ ਨੇ ਜਮ੍ਹਾਂ ਕਰਾਉਣਗੇ। ਪ੍ਰੋਫੈਸਰ ਸਾਹਿਬ ਉਹਦੇ ਨਾਲ ਕੁਝ ਤਾਂ ਬੈਨੀਫਿਟ ਹੋਏ ਨੇ ਕਿ ਉਹਨਾਂ ਨੇ ਜਿਹੜੀ ਹੜਤਾਲ ਦਾ ਇੱਕ ਸੱਦਾ ਦਿੱਤਾ ਸੀ, ਉਹਦੇ ਨਾਲ ਇਹਨਾਂ ਨੇ ਸਰਕਾਰ ਨੂੰ ਮਜਬੂਰਨ ਨਵੀਆਂ ਪੋਸਟਾਂ ਦੇ ਵਾਸਤੇ ਅਪਰੂਵਲ ਦੇਣੀ ਪਈ ਆ, ਤੇ ਪਰ ਨਾਲ ਹੀ ਸਰਕਾਰ ਨੇ ਕੁਝ ਇੱਦਾਂ ਦੀਆਂ ਵੀ ਗੱਲਾਂ ਕੀਤੀਆਂ ਨੇ ਕਿ ਕਈ ਪੋਸਟਾਂ ਦੇ ਉੱਤੇ ਇਹਨਾਂ ਨੇ ਕੀ ਕੀਤਾ ਕਿ ਰਿਟਾਇਰਡ ਜਿਹੜੇ ਜਿਵੇਂ ਅਧਿਆਪਕਾਂ ਨੂੰ ਰਿਸੋਰਸ ਪਰਸਨ ਲਈ ਇਹਨਾਂ ਨੇ ਸੱਦ ਲਿਆ, ਰਿਟਾਇਰਡ ਪਟਵਾਰੀਆਂ ਨੂੰ ਦੁਬਾਰਾ ਸੱਦ ਲਿਆ, ਹੋਰ ਵੀ ਕਈ ਅਦਾਰਿਆਂ ਦੇ ਵਿੱਚ ਰਿਟਾਇਰਡ ਜਿਹੜੇ ਆਲਰੇਡੀ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ। ਪਰ ਨਾਲ ਦੀ ਨਾਲ ਦੇਖੀਏ ਪੰਜਾਬ ਦੇ ਵਿੱਚ ਮਿਡ ਡੇ ਮੀਲ ਵਾਲੇ ਜਿਹੜੇ ਉਹ ਤੇ ਸਕੂਲਾਂ ਦੇ ਵਿੱਚ ਹੋਰ ਕੰਮ ਜਿਹੜੇ ਕੁੱਕ ਦਾ ਕੰਮ ਕਰਦੇ ਨੇ ਉਹ ਬੀਬੀਆਂ ਦਾ ਪ੍ਰੋਟੈਸਟ ਚੱਲ ਰਿਹਾ, ਤੇ ਉਸ ਦੇ ਨਾਲ ਹੀ ਅਧਿਆਪਕਾਂ ਦਾ ਬੈਂਸ ਜਿਹੜਾ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਪਿੰਡ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ, ਨਾਲ ਹੀ ਸੰਗਰੂਰ ਦੇ ਵਿੱਚ ਵੀ ਅਧਿਆਪਕਾਂ ਦਾ ਪ੍ਰੋਟੈਸਟ ਚੱਲ ਰਿਹਾ। ਪਰ ਵੈਸੇ ਸਾਹਿਬ ਪ੍ਰੋਟੈਸਟ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ, ਪਰ ਇਹਨਾਂ ਦੇ ਜਿਹੜਾ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੈਸਟ ਚੱਲ ਰਹੇ ਨੇ, ਉਹਦੇ ਪਿੱਛੇ ਕੀ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਇਹਨਾਂ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਗਰੰਟੀਆਂ ਲਾਗੂ ਵੀ ਕਰਨੀਆਂ ਨੇ, ਜਾਂ ਫਿਰ ਇਹ ਸਿਰਫ ਹਾਲੇ ਜਿਹੜਾ ਸੱਤਾ ਦਾ ਨਸ਼ਾ ਹੀ ਭੋਗ ਰਹੇ ਨੇ? ਨਹੀਂ ਜੀ, ਲੋਕਾਂ ਨੇ ਸੱਚੀ ਮੁੱਚੀ ਇਹ ਸਮਝਿਆ ਸੀਗਾ ਕਿ ਇਹ ਆਮ ਆਦਮੀਆਂ ਦੀ ਪਾਰਟੀ ਹੈ। ਇੰਪ੍ਰੈਸ਼ਨ ਵੀ ਇਹੋ ਦਿੰਦੇ ਆ, ਕੇਜਰੀਵਾਲ ਖੁਦ ਵੀ ਬੜਾ ਨਿੰਮੋ ਝੂਣਾ ਜਿਹਾ ਬਣ ਕੇ ਮੈਂ ਹਮ ਤੋਂ ਆਮ ਆਦਮੀ ਹੈ ਨਾ, ਇਸ ਤਰ੍ਹਾਂ ਦੀਆਂ ਕੁਝ ਕਰਾ ਕੇ ਵੀ ਮੈਂ ਆਪਣੀ ਉਹ ਨੀਲੀ ਕਾਰ ਕਦੀ ਛੱਡੂਗਾ ਨਹੀਂ, ਵੈਗਨਰ ਮੁੜ ਕੇ ਦਿਖੀ ਨਹੀਂ, ਅਸੀਂ ਘਰ ਨਹੀਂ ਲਵਾਂਗੇ, ਉਹ ਮੁੜੀ ਲਾਲ ਬੱਤੀਆਂ ਨਹੀਂ ਲਾਵਾਂਗੇ, ਸਾਰੀਆਂ ਕੁਝ ਉਹ ਸ਼ੁਰੂ 'ਚ ਜਿਹੜਾ ਲੋਕਾਂ ਨੂੰ ਸੁਨੇਹਾ ਗਿਆ ਕਿ ਦੂਜੇ ਲੁੱਟਣ ਵਾਲੇ ਆ, ਇਹ ਸਾਧੂ ਆ ਰਹੇ ਆ, ਸਾਧੂ ਸੰਤ ਆ ਰਹੇ ਆ, ਤੇ ਇੱਥੇ ਇਹ ਲੋਕਾਂ ਦੀ ਸੱਚੀ ਮੁੱਚੀ ਦਿਲੋਂ ਕੋਈ ਭਲਾ ਕਰਨਾ ਚਾਹੁੰਦੇ, ਇਹ ਇੰਪ੍ਰੈਸ਼ਨ ਸੀਗਾ। ਉਹ ਤੇ ਕਾਫੀ ਹੱਦ ਤੱਕ ਲੋਕਾਂ ਨੂੰ ਹੁਣ ਆਪਣੇ ਆਪ ਪਤਾ ਲੱਗ ਗਿਆ, ਕਿਸਾਨਾਂ ਨੂੰ ਤੇ ਲੱਗੇ ਗਿਆ ਜਿੱਦਣ ਇੱਥੇ ਕੁਝ ਮੁਜ਼ਾਹਰਾ ਨਹੀਂ ਹੋਣ ਦਿੱਤਾ ਚੰਡੀਗੜ੍ਹ ਦੇ ਵਿੱਚ। ਟੀਚਰਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਸਪੋਰਟ ਕੀਤੀ ਸੀ, ਉਹੀ ਹੁਣ ਸਭ ਤੋਂ ਵੱਧ 87-36 ਜਿਹੜੇ ਆ ਟੀਚਰ ਕੱਚੇ ਅਧਿਆਪਕ, ਪਤਾ ਨਹੀਂ 83 ਦਿਨ ਹੋ ਗਏ ਟੈਂਕੀ ਤੇ ਚੜ੍ਹੇ ਹੋਏ ਅਧਿਆਪਕਾਂ ਨੂੰ। ਕੱਲ੍ਹ ਉੱਥੇ ਵੱਡਾ ਕੁੱਟਮਾਰ ਸੰਗਰੂਰ ਦੇ ਵਿੱਚ ਹੋਈ ਹੈ, ਫੜੋ ਫੜਾਈ ਜਾਣੀ, ਜਿਸ ਤਰੀਕੇ ਨਾਲ ਉਹਨਾਂ ਨੇ ਗੇਟ ਟੁੱਟੇ, ਇਹ ਹੋਇਆ ਉਹ ਹੋਇਆ। ਉਹ ਆਪਣਾ ਕਹਿ ਰਿਹਾ ਕਿ ਸਾਡੀ ਤੁਸੀਂ ਕੱਚੇ ਅਧਿਆਪਕਾਂ ਨੂੰ ਪੱਕੇ ਕਦੋਂ ਕਰੋਗੇ, ਇੰਨੇ ਦਿਨਾਂ ਦੇ ਅਸੀਂ ਲੱਗੇ ਹੋਏ ਹਾਂ। ਕਈਆਂ ਨੂੰ ਸੱਟਾਂ ਵੀ ਲੱਗੀਆਂ ਹੋਈਆਂ। ਇਸੇ ਤਰੀਕੇ ਨਾਲ ਜਿਹੜੇ ਹੋਰ ਅਧਿਆਪਕ ਆ, ਜਿਹੜੇ ਤੁਸੀਂ ਕਾਲਜਾਂ ਦੀ ਅੱਗੇ ਵੀ ਗੱਲ ਕਰ ਰਹੇ ਸੀ, ਉਹ ਇਹਨਾਂ ਦੇ ਆਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਸ਼ਾਇਦ ਬੈਂਸ ਦਾ, ਹਰਜੋਤ ਬੈਂਸ ਦੇ ਜਿਹੜੇ ਸਾਡੇ ਸਿੱਖਿਆ ਮੰਤਰੀ, ਉਹਨਾਂ ਦੇ ਘਰ ਦੇ ਪਿੰਡ ਦੇ ਵਿੱਚ ਜਾ ਕੇ ਮੋਰਚਾਬੰਦੀ ਆ। ਇਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਮਿਡ ਡੇ ਮੀਲ ਵਾਲੀਆਂ, ਉਹਨਾਂ ਦਾ ਵੀ ਕੀ ਆ, ਮਿਡ ਡੇ ਮੀਲ ਵਾਲਿਆਂ ਨੂੰ ਤੁਸੀਂ ਇੱਕ ਮਿਨੀਮਮ ਵੇਜ ਵੀ ਨਹੀਂ ਮਿਲ ਰਹੀ। ਉਹ ਕਹਿੰਦੇ ਕਿ ਜਿਹੜੀ ਮਜ਼ਦੂਰਾਂ ਨੂੰ ਸਟੇਟ ਦੇ ਵਿੱਚ ਮਿਨੀਮਮ ਵੇਜ ਆ ਉਹੀ ਸਾਨੂੰ ਦੇ ਦਿਓ, ਕੁਝ ਮਾੜੀ ਮੋਟੀ ਛੁੱਟੀ ਦੇ ਦਿਓ, ਮਾੜਾ ਮੋਟਾ ਸਾਨੂੰ ਵੀ ਇੱਕ ਜੀਵਨ ਦੇ ਵਿੱਚ ਲੱਗੇ ਕਿ ਅਸੀਂ ਸਰਕਾਰੀ ਨੌਕਰੀ ਕਰਦੇ ਹਾਂ, ਥੋੜ੍ਹੀ ਬਹੁਤ ਤੇ ਰਾਹਤ ਦਿਓ। ਉਹਨਾਂ ਦੀ ਵੀ ਕਾਫੀ ਹਾਲਾਤ ਖਰਾਬ ਆ। ਇਹਨਾਂ ਸਾਰਿਆਂ ਦੇ ਨਾਲ, ਭਾਵੇਂ ਉਹ ਟੀਚਰ ਆ, ਭਾਵੇਂ ਮਿਡ ਡੇ ਮੀਲ ਵਰਕਰ ਆ, ਭਾਵੇਂ ਮਨਰੇਗਾ ਵਰਕਰ ਆ, ਜਾਂ ਹੋਰ ਵਰਕਰ ਆ, ਕੱਚੇ ਮੁਲਾਜ਼ਮ ਆ, ਉਹਨਾਂ ਸਾਰਿਆਂ ਨਾਲ ਇਹਨਾਂ ਨੇ ਵੱਡੇ ਵਾਅਦੇ ਉਦੋਂ ਕੀਤੇ ਸੀਗੇ ਗੁਰਦੀਪ। ਉਸੇ ਕਰਕੇ ਲੋਕ ਜਿਹੜੇ ਆ ਸਾਲ ਡੇਢ ਸਾਲ ਉਹਨਾਂ ਨੇ ਡੀਕਿਆ, ਹੁਣ ਉਹ ਮੈਦਾਨ ਦੇ ਵਿੱਚ ਆਪਣਾ ਪੁਰਾਣੇ ਝੰਡੇ ਡੰਡੇ ਲੈ ਕੇ ਉਤਰ ਆਏ ਆ। ਰਹੀ ਗੱਲ ਪਟਵਾਰੀਆਂ ਦੀ, ਪਟਵਾਰੀਆਂ ਵਾਲਾ ਕੰਮ ਆ। ਅੱਜ ਇੱਕ ਮੈਂ ਕੇਸ ਪੜ੍ਹ ਰਿਹਾ ਸੀਗਾ ਕਿ ਕੋਈ 2021 ਦੇ ਵਿੱਚ ਭਰਤੀ ਹੋਇਆ ਸੀ ਪਟਵਾਰੀ, ਉਹਨੇ 4 ਕਰੋੜ ਦੀ ਆਪਣੀ ਸੰਪਤੀ ਬਣਾ ਲਈ। ਇੱਕ ਜਾਣੀ ਇਹੋ ਜਿਹੀਆਂ ਸਟੋਰੀਆਂ ਵੀ ਆ ਰਹੀਆਂ, ਪਲਾਂਟ ਵੀ ਕੀਤੀਆਂ ਜਾ ਸਕਦੀਆਂ ਜਾਂ ਆ ਵੀ ਰਹੀਆਂ ਹੋਣਗੀਆਂ। ਘੱਟ ਤੇ ਕੋਈ ਨਹੀਂ, ਜਿਹਦਾ ਵੀ ਦਾ ਲੱਗਦਾ ਉਹ ਇਸ ਸਿਸਟਮ ਦੇ ਵਿੱਚ ਉਹ ਜਿੰਨੇ ਕੁ ਗੱਫੇ ਲਏ ਜਾ ਸਕਦੇ ਆ ਲੈਂਦਾ, ਕੋਈ ਨਹੀਂ। ਇਹੋ ਜਿਹੇ ਹੈਗੇ ਚੰਗੇ ਬੰਦੇ ਵੀ ਹਰ ਸਿਸਟਮ 'ਚ, ਪੁਲਿਸ ਤੋਂ ਲੈ ਕੇ ਹਰ ਜਗ੍ਹਾ ਹੈਗੇ, ਪਰ ਜ਼ਿਆਦਾਤਰ ਜੋ ਇਮੇਜ ਬਣਿਆ ਹੋਇਆ ਉਹ ਇਹੋ ਹੀ ਆ ਕਿ ਜੇ ਉਹੋ ਹੀ ਸਾਧ ਆ ਜਿਹਦਾ ਦਾ ਨਹੀਂ ਲੱਗਦਾ। ਇਹ ਇੱਕ ਸਾਡੇ ਕਹਾਵਤ ਬਣੀ ਹੋਈ ਆ ਕਿ ਜਿਹਦਾ ਦਾ ਲੱਗਦਾ ਉਹ ਕਹਿੰਦਾ ਚਲੋ ਯਾਰ ਬਾਕੀ ਬਾਅਦ 'ਚ ਦੇਖਾਂਗੇ, ਇੱਕ ਵਾਰੀ ਤੇ ਆਪਾਂ ਹਰੇ ਭਰੇ ਹੋ ਜਾਈਏ। ਇਹ ਜਿਹੜਾ ਇਮੇਜ ਅਕਸ਼ ਬਣਿਆ ਹੋਇਆ ਇਹਨਾਂ ਬਾਰੇ, ਪਟਵਾਰੀਆਂ ਬਾਰੇ, ਉਹ ਉਹਨਾਂ ਦੇ ਕਾਫੀ ਵਿਰੋਧ ਵਿੱਚ ਹੈਗਾ।
ਦੂਜੇ ਪਾਸੇ ਉਹਨਾਂ ਨੇ ਜਿਹੜਾ ਕੰਮ ਕੀਤਾ ਆ ਉਹ ਕਾਫੀ ਸੇਫ ਆ, ਉਹਨਾਂ ਤੇ ਐਸਮਾ ਉਸਮਾ ਨੇ ਬਹੁਤਾ ਕੁਝ ਕਰ ਨਹੀਂ ਪਾਉਣਾ। ਫਾਇਦਾ ਜਿਵੇਂ ਤੁਸੀਂ ਮੈਂ ਵੀ ਇਹੋ ਹੀ ਸੋਚ ਰਿਹਾ ਸੀ, ਇਹੀ ਕੀਤਾ ਕਿ ਜਿਹੜੇ 1.5 ਸਾਲ ਦੀ ਟ੍ਰੇਨਿੰਗ ਹੋ ਗਏ 700-800 500-600 ਮੇਰਾ ਖਿਆਲ ਪਟਵਾਰੀ ਹੈਗੇ, ਉਹਨਾਂ ਨੂੰ ਧੜਾ ਧੜ ਕਹਿ ਦਿੱਤਾ ਜੁਆਇਨ ਕਰੋ ਓਏ ਮੁੰਡਿਓ, ਤੇ ਕੁਝ ਜਿਹੜੇ ਆ 500-600 ਇਸੇ ਤਰੀਕੇ ਨਾਲ ਜਿਹੜੇ ਆ ਉਹ ਰੀਇੰਪਲਾਈ ਕਰ ਲਏ ਜਿਹੜੇ ਰਿਟਾਇਰਡ ਪਟਵਾਰੀ ਆ। ਇਹਦੇ ਨਾਲ ਮਿਲਾ ਕੇ 1500 ਪਹਿਲਾਂ ਇਹ ਕੰਮ ਕਰ ਹੀ ਰਹੇ ਆ, 1500-1600 ਉਹਨਾਂ ਨੇ ਹੋਰ ਭਰਤੀ ਕਰ ਲੈਣੇ ਆ, ਜਿਹੜੇ ਕਿ ਜਿਹਦੇ ਨਾਲ ਉਹ ਜਿਹੜੀ ਬਹੁਤ ਵੱਡਾ ਸੰਕਟ ਆਉਣਾ ਸੀਗਾ ਸਟ੍ਰਾਈਕ ਦਾ ਜਾਂ ਉਹਨਾਂ ਵੱਲੋਂ ਪੈਨ ਡਾਊਨ ਦਾ, ਉਹ ਤੇ ਉਹਨਾਂ ਨੇ ਹੱਲ ਕਰ ਲਿਆ ਹਾਲ ਦੀ ਘੜੀ। ਪਰ ਇੱਕ ਗੱਲ ਨਵੀਂ ਸਾਹਮਣੇ ਆਈ ਹੈ ਕਿ ਪਹਿਲਾਂ ਨਾਲੋਂ ਪਾਪੂਲੇਸ਼ਨ ਵੀ ਵਧੀ ਆ, ਹੋਰ ਵੀ ਆ, ਪੰਚਾਇਤਾਂ ਦਾ ਨੰਬਰ ਵੀ ਕਾਫੀ ਆ। ਉਹ ਕਹਿੰਦੇ ਕਿ ਸਰਕਲ ਜਿਹੜੇ ਪਹਿਲਾਂ 4500 ਤੋਂ ਉੱਪਰ ਸਰਕਲ ਸੀ, ਸਰਕਾਰ ਨੇ ਘਟਾ ਕੇ 3600 ਕਰਤੇ, ਜਾਣੀ ਉਨੇ ਕੁ ਦੀ 3600 ਲਈ 600-700 ਦੇ ਵਿੱਚ ਕਮੀ ਰਹਿ ਜੂਗੀ। ਉਹ ਵੀ ਹੌਲੀ ਹੌਲੀ ਕਿਸੇ ਨੂੰ ਐਡੀਸ਼ਨਲ ਚਾਰਜ ਦੇ ਕੇ ਜਿਹੜੇ ਨਵੇਂ ਭਰਤੀ ਹੋਣਗੇ ਕੰਮ ਚਲਾਊ ਹੋ ਗਿਆ। ਉਸ ਸਟ੍ਰਾਈਕ ਦਾ ਮੈਨੂੰ ਲੱਗਦਾ ਕਿ ਦੋਹਾਂ ਹੀ ਪਾਸਿਆਂ ਤੋਂ ਐਸਮਾ ਦਾ ਵੀ ਕੋਈ ਬਹੁਤਾ ਲੀਗਲ ਤੌਰ ਤੇ ਅਸਰ ਨਹੀਂ ਹੋਣਾ, ਉਹ ਪਟਵਾਰੀ ਵੀ ਆਪੋ ਆਪਣੇ ਸਰਕਲਾਂ ਦੇ ਵਿੱਚ ਹੋ ਗਏ ਤੇ ਜਿਹੜੇ ਨਵਿਆਂ ਨੂੰ ਚਾਂਸ ਮਿਲ ਗਿਆ। ਇਹ ਸਟ੍ਰਾਈਕ ਦਾ ਮੈਨੂੰ ਲੱਗਦਾ ਜਿਹੜੀ ਪਹਿਲੀ ਸਾਹਮਣੇ ਦੀ ਟੱਕਰ ਸੀ ਕਿ ਪਤਾ ਨਹੀਂ ਕੀ ਬਣੂਗਾ ਜਾਂ ਕੈਰੋਂ ਵਾਂਗੂ ਕੰਨੋਂ ਫੜ ਕੇ ਬਾਹਰ ਕੱਢ ਦੇਣਗੇ, ਉਹ ਹਾਲਾਤ ਨਹੀਂ ਦੇਖਣ ਨੂੰ ਮਿਲਦੇ। ਇਹ ਇੰਜ ਕਹਿ ਲਓ ਕਿ ਵਿਨ ਗੇਮ ਬਣਦੀ ਨਜ਼ਰ ਆ ਰਹੀ ਆ। ਪ੍ਰੋਫੈਸਰ ਸਾਹਿਬ, ਪਿੱਛੇ ਜੇ 15 ਅਗਸਤ ਲੰਘ ਕੇ ਹਟਿਆ, ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ, ਸੰਵਿਧਾਨ ਬਣਿਆ ਸੀ ਆਪਣਾ, ਸੰਵਿਧਾਨ 1950 ਦੇ ਵਿੱਚ ਲਾਗੂ ਹੋਇਆ, ਉਸ ਦੇ ਵਿੱਚ ਹਰੇਕ ਵਿਅਕਤੀ ਦੇ ਲਈ ਜਿਹੜੇ ਫੰਡਾਮੈਂਟਲ ਰਾਈਟ ਸੀ, ਉਸ ਤੋਂ ਬਾਅਦ ਕਈ ਕਾਨੂੰਨ ਬਣੇ, ਅਲੱਗ ਤੋਂ ਕਾਨੂੰਨ ਬਣੇ, ਬੌਂਡਡ ਲੇਬਰ ਅਬੋਲਿਸ਼ਨ ਐਕਟ ਬਣਿਆ। ਪਰ ਆਪਾਂ ਅੱਜ ਦੇਖਿਆ ਸ਼ਾਹਕੋਟ ਜਲੰਧਰ ਦੇ ਏਰੀਏ ਦੇ ਵਿੱਚ ਇੱਕ ਜੋੜੇ ਨੂੰ, ਪਤੀ ਪਤਨੀ ਨੂੰ, ਕਿਸੇ ਜਿਹੜੀ ਇੱਕ ਯੂਨੀਅਨ ਆ, ਉਹਨਾਂ ਨੇ ਐਕਟਿਵਿਸਟਾਂ ਨੇ ਉਹਨੂੰ ਛਡਵਾਇਆ, ਉਹਨੂੰ ਆਜ਼ਾਦ ਕਰਵਾਇਆ। ਕਿਸੇ ਦੇ ਘਰ ਦੇ ਵਿੱਚ ਉਹ ਜਿਹੜਾ ਕਿਸੇ ਦੇ ਫਾਰਮ ਹਾਊਸ ਦੇ ਵਿੱਚ ਉਹ ਬੰਧੂਆ ਮਜ਼ਦੂਰ ਬਣਾ ਕੇ ਰੱਖੇ ਹੋਏ ਸੀ। ਦੇਖੋ, ਇਹਦੇ ਬਾਰੇ ਮੇਰੀ ਆਪਣੀ ਖੋਜਬੀਨ ਹੈਗੀ, ਸਟੱਡੀ ਹੈਗੀ ਆ। ਸਨ 80 ਤੇ 81 ਵਿੱਚ ਉਹ ਮੇਰੀ ਕਿਤਾਬ ਵੀ ਛਪੀ ਹੋਈ ਹੈ ਬੰਧੂਆ ਮਜ਼ਦੂਰਾਂ ਪੰਜਾਬ ਦੇ ਬਾਰੇ। ਅਸੀਂ ਕਾਫੀ ਇਹਦੇ ਬਾਰੇ ਕੰਮ ਕੀਤਾ। ਮੈਨੂੰ ਇਹ ਗੱਲ ਦਾ ਪਤਾ ਕਿ ਜਿਹੜੇ ਬੌਂਡਡ ਲੇਬਰ ਐਬੋਲੀਸ਼ਨ ਐਕਟ ਜਿਹੜਾ 1976 'ਚ ਬਣਿਆ, ਇਹ ਸਭ ਤੋਂ ਪਹਿਲਾਂ ਆਂਧਰਾ ਦੇ ਵਿੱਚ ਆਇਡੈਂਟੀਫਾਈ ਹੋਏ ਸੀ। ਉਹਦੇ ਵਿੱਚ RN ਮਹਾਰਾਜ, ਰਾਮ ਨਰੇਸ਼ ਮਹਾਰਾਜ, ਫਿਰ ਉਹਦੇ ਐਜ਼ ਏ ਫਾਲੋ ਅਪ ਸਵਾਮੀ ਅਗਨੀਵੇਸ਼, ਹੋਰ ਬੰਧੂਆ ਮੁਕਤੀ ਮੋਰਚਾ, ਸਾਰਾ ਕੁਝ ਬਣਦਾ ਰਿਹਾ। ਤੇ ਇਹ ਮੇਰੇ ਬਾਈ ਚਾਂਸ ਮੈਂ ਤੁਹਾਨੂੰ ਬਾਈ ਦਾ ਵੀ ਦੱਸ ਵੀ ਦਿਆਂ ਕਿ ਜਿਹੜੇ RN ਮਹਾਰਾਜ ਸੀ ਉਹ ਮੇਰੇ ਫਾਦਰ ਇਨ ਲਾਅ ਜੀ। ਹਾਂ, ਉਹ ਮੈਂ ਬੜਾ ਉਹਨਾਂ ਤੋਂ ਬੜੇ ਇੰਟੈਲੈਕਚੁਅਲ ਸੀ, ਐਕਟਿਵਿਸਟ ਸੀਗੇ, ਔਰ ਉਹਨਾਂ ਦੀ ਜਿਹੜੀ ਡੈਥ ਵੀ ਹੈ ਗੁਰਦੀਪ, ਉਹ ਆਦੀਵਾਸੀਆਂ ਦੇ ਪਿੰਡਾਂ ਵਿੱਚ ਜਦੋਂ ਕੰਮ ਕਰਨ ਗਏ ਸੀ ਉੱਥੇ ਹੀ ਹੋਈ ਸੀ। ਇਸ ਲਈ ਉਹ ਜਿਹੜੇ ਐਕਟ ਬਾਰੇ ਤੇ ਮੈਨੂੰ ਉਹਦਾ ਵਾਲ ਦਾ ਸਾਰਾ ਪਤਾ, ਮੈਂ ਬਹੁਤ ਪੜ੍ਹਿਆ ਉਹਦੇ ਬਾਰੇ ਤੇ ਕੰਮ ਕੀਤਾ। ਇਹ ਗੱਲ ਠੀਕ ਹੈ ਕਿ ਅਜੇ ਵੀ ਬਹੁਤ ਵੱਡੀ ਪੱਧਰ ਤੇ ਸਾਡੇ ਦੇਸ਼ ਦੇ ਵਿੱਚ ਲੋਕ ਬੰਧੂਆ ਮਜ਼ਦੂਰ ਉਸ ਕਿਸਮ ਦੇ ਨਹੀਂ ਜਿਹੜੇ ਸਾਡੇ ਮਨ ਵਿੱਚ ਆ ਕਿ ਜਿਹਨਾਂ ਨੂੰ ਸੰਗਲੀਆਂ ਪਾਈਆਂ, ਕੋਈ ਹਿੱਲਣ ਨਹੀਂ ਦਿੰਦਾ, ਕੋਈ ਬਾਹਰ ਨਹੀਂ ਜਾਣ ਦਿੰਦਾ। ਇਹ ਆਰਥਿਕ ਬੰਧਤਾ ਹੈਗੀ ਕਿ ਐਡਵਾਂਸ ਦੇ ਦਿੱਤਾ, 10,000 ਦੇਤਾ, 20,000 ਰੁਪਈਆ ਦੇਤਾ, ਮਗਰੋਂ ਉਸੇ ਦੇ ਇਵਜ਼ ਦੇ ਵਿੱਚ ਹੀ ਕਈ ਸਾਲ ਕੰਮ ਲੈ ਕੇ ਲੈਂਦੇ ਰਹੇ। ਜੇ ਉਹ ਕਿਤੇ ਬੈਟਰ ਅਪਰਚੁਨਿਟੀ ਲਈ, ਚੰਗੇ ਹੋਰ ਕਿਸੇ ਕੰਮ ਲਈ ਉਹਨਾਂ ਨੂੰ ਚੰਗਾ ਕੰਮ ਮਿਲਦਾ ਜਿੱਥੇ ਜ਼ਿਆਦਾ ਜ਼ਰੂਰਤ ਮਿਲਦੀ ਹੈ, ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ, ਕਿਉਂਕਿ ਉਹ ਕਹਿੰਦੇ ਪਹਿਲਾਂ ਪੈਸੇ ਮੋੜੋ, ਪੈਸੇ ਉਹ ਮੋੜ ਨਹੀਂ ਸਕਦੇ। ਇਸ ਨੂੰ ਕਹਿੰਦੇ ਆ ਬੰਧੂਆ ਮਜ਼ਦੂਰ। ਉਹ ਅਜੇ ਵੀ ਇਸ ਕਿਸਮ ਦੀ ਪ੍ਰਥਾ ਅਲੱਗ-ਅਲੱਗ ਜਗ੍ਹਾ ਤੇ ਇਨਕਲੂਡਿੰਗ ਪੰਜਾਬ ਵੀ ਗਾਹੇ ਬਗਾਹੇ ਤੁਹਾਨੂੰ ਜ਼ਰੂਰ ਮਿਲਦੀ ਹੈ। ਜਿਸ ਤਰ੍ਹਾਂ ਹੁਣ ਪੱਠਾ ਮਜ਼ਦੂਰ ਆ, ਉਹਨਾਂ ਸਾਰਿਆਂ ਨੂੰ ਐਡਵਾਂਸ ਦੇ ਕੇ ਰੱਖਿਆ ਜਾਂਦਾ, ਜੇ ਉਹ ਕਿਤੇ ਛੱਡਣਾ ਚਾਹੁਣ ਨਹੀਂ ਛੱਡ ਸਕਦੇ ਹੈਗੇ। ਉਹ ਪੱਠੇ ਦੀ ਇੱਕ ਨੇਚਰ ਆਫ ਵਰਕ ਵੀ ਇਹੋ ਜਿਹੀ ਆ ਕਿ ਜਿੱਥੇ ਜੇ ਵਿੱਚੋਂ ਲੇਬਰ ਛੱਡ ਦੇਊਗੀ ਤੇ ਪੱਠਾ ਬੈਠ ਜਾਊਗਾ, ਹੈ ਨਾ। ਇਸ ਕਰਕੇ ਇਹਦੇ ਬਾਰੇ ਪਾਕਿਸਤਾਨ, ਨੇਪਾਲ, ਇੰਡੀਆ, ਮੇਰੀ ਖੁਦ ਬ੍ਰਿਕਲਨ ਬਾਰੇ ਵੀ ਮੈਂ ਬੜੀ ਤਗੜੀ ਸਟੱਡੀ ਕੀਤੀ ਹੈ, ਪੰਜਾਬ ਲਈ, ਹਰਿਆਣੇ ਲਈ, ਤੇ ਇਹ ਸਾਰਿਆਂ ਬਾਰੇ ਮੇਰਾ ਇਹ ਬੜਾ ਇੱਕ ਧਰਾਤਲ ਦੇ ਉੱਤੇ ਅਨੁਭਵ ਹੈਗਾ ਕਿ ਸਾਡੇ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਜੋ ਅੱਜ ਵੀ ਦੁਰਦਸ਼ਾ ਹੈ ਉਹਦੇ ਬਾਰੇ ਵੀ ਮੋਦੀ ਜੀ ਨੂੰ ਕੋਈ ਬਿਆਨ ਦੇਣਾ ਚਾਹੀਦਾ। ਇਹ G20 ਦੇ ਵਿੱਚ ਉਦੋਂ ਪਹਿਲਾਂ ਕਿ ਅਸੀਂ ਦੇਸ਼ ਨੂੰ ਬੰਧੂਆ ਮਜ਼ਦੂਰ ਮੁਕਤ ਕਰਕੇ ਹੀ ਸਾਹ ਲਵਾਂਗੇ, ਇਸ ਗੱਲ ਦਾ ਪੜ੍ਹਨ ਵੀ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਇਹ ਸੀ ਅੱਜ ਦੇ ਮਸਲੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮਸਲੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।